ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਖਿਮਾ ਅਹਿੰਸਾ ਦਇਆ ਅੰਮ੍ਰਿਤ ਸਤ ਬਚਨ ਤਪ ਦਾਨ। ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਖਿਮਾ ਅਹਿੰਸਾ ਦਇਆ ਅੰਮ੍ਰਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ 9 ਜਿਹੜੇ ਛੰਦ ਪਹਿਲੇ ਅਧਿਆਏ ਦੇ ਕਰ ਚੁੱਕੇ ਹਾਂ ਮੰਗਲਾਂ ਦੀ ਸਮੇਤ। ਹੁਣ ਅੱਜ 10ਵਾਂ ਦੋਹਰਾ ਛੰਦ ਦੀ ਵਿਆਖਿਆ ਕਰਾਂਗੇ। ਇਸ ਦੋਹਰੇ ਵਿੱਚ ਧਰਮ ਦੀ ਪਹਿਚਾਣ ਜਿਹੜੀ ਹੈ ਉਹ ਪੰਡਿਤ ਹਰਦਿਆਲ ਜੀ ਬੜੇ ਵਿਸਥਾਰ ਨਾਲ ਸੋਝੀ ਨਾਲ ਦੱਸ ਰਹੇ ਹਨ, ਕਿਉਂਕਿ ਸਤਿਗੁਰੂ ਜੀ ਦਾ ਵੀ ਫਰਮਾਨ ਹੈ, ਨਰ ਅਚੇਤ ਪਾਪ ਤੇ ਡਰ ਰਹੇ। ਵੀ ਹੈ ਪੁਰਸ਼ ਤੂੰ ਅਚੇਤ ਹੋਇਆ ਪਿਆ, ਤੂੰ ਚੇਤਨਾ ਵਿੱਚ ਨਹੀਂ ਹੈ, ਪਾਪਾਂ ਤੋਂ ਕਿਉਂ ਨਹੀਂ ਡਰਦਾ? ਤੈਨੂੰ ਪਾਪਾਂ ਤੋਂ ਡਰਨਾ ਚਾਹੀਦਾ ਹੈ। ਸੋ ਧਰਮ ਕਮਾਉਣਾ ਚਾਹੀਦਾ। ਪਿਛਲੇ ਦੋਹਰੇ ਵਿੱਚ ਆਇਆ ਸੀ, ਦੱਸਿਆ ਵੀ 10 ਛੰਦਾਂ ਦੇ ਵਿੱਚ ਬਿਆਨ ਕਰਾਂਗੇ ਧਰਮ ਦੀ ਪਹਿਚਾਣ ਕੀ ਆ, ਧਰਮ ਦਾ ਕਾਰਨ ਕੀ ਆ, ਧਰਮ ਵੱਧਦਾ ਕਿਵੇਂ ਹੈ, ਧਰਮ ਦੀ ਸਥਿਤੀ ਕਿਵੇਂ ਹੁੰਦੀ ਹੈ, ਧਰਮ ਨਾਸ ਕਿਵੇਂ ਹੁੰਦਾ ਅਤੇ ਧਰਮ ਰੱਖਣ ਨਾਲ ਫਲ ਕੀ ਮਿਲਦਾ। ਹੁਣ ਇਹ ਦੋਹਰੇ ਵਿੱਚ ਧਰਮ ਦੀ ਪਹਿਚਾਣ ਜਿਹੜੀ ਆ ਉਹ ਪੰਡਿਤ ਹਰਦਿਆਲ ਜੀ ਦੱਸਣਗੇ, ਜਿਸ ਨੂੰ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਵਿਚਾਰ ਕਰਾਂਗੇ। ਸੋ ਆਓ ਆਪਾਂ ਜਿਹੜਾ ਅੱਜ ਦੋਹਰਾ 10ਵਾਂ ਅਥਵਾ ਜਿਵੇਂ ਕਿਹਾ ਵੀ ਹੁਣ 10 ਛੰਦ ਕਰਾਂਗੇ। ਪਹਿਲਾਂ ਧਰਮ ਵਾਸਤੇ ਥੋੜ੍ਹਾ ਜਿਹਾ ਵਰਣਨ ਕਰਾਂਗੇ। ਉਸ ਉਦਾਹਰਨ ਨਾਲ ਪਹਿਲਾ ਦੋਹਰਾ ਸਮਝ ਲਓ, ਪਹਿਲਾ ਛੰਦ ਅਧਿਆਏ ਪਹਿਲੇ ਦਾ। ਉਂਝ ਜੇ ਸਾਰੇ ਛੰਦਾਂ ਦੀ ਗਿਣਤੀ ਕਰੀਏ ਤਾਂ 10ਵਾਂ ਇਹ ਛੰਦ ਆ। ਦੋਹਰਾ ਖਿਮਾ ਅਹਿੰਸਾ ਦਇਆ ਅੰਮ੍ਰਿਤ। ਧਰਮ ਦੇ ਚਿੰਨ੍ਹ, ਧਰਮੀ ਮਨੁੱਖ ਦੀ ਪਛਾਣ ਦੱਸਣ ਲੱਗੇ। ਖਿਮਾ, ਖਿਮਾ ਕਿਹਨੂੰ ਕਹਿੰਦੇ? ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ। ਖਿਮਾ ਹੈ ਦੁੱਖ ਸੁੱਖ ਸਹਾਰਨ ਵਾਲੀ ਚਿੱਤ ਦੀ ਬਿਰਤੀ, ਭਾਵ ਆਪ ਸਭ ਪ੍ਰਕਾਰ ਕਰਕੇ ਸਮਰੱਥ ਹੋਣਾ, ਬਲਵਾਨ ਹੋਣਾ, ਪਰ ਸੰਸਾਰ ਵਿੱਚ ਬੇਸਮਰੱਥ ਹੋ ਕੇ ਰਹਿਣਾ। ਹਾਂਜੀ, ਜਿਵੇਂ ਭਗਤ ਫਰੀਦ ਜੀ ਦੇ ਬਚਨ ਹੈ ਕਿ ਤਾਣ ਹੁੰਦੇ ਹੋਏ ਨਿਤਾਣਾ। ਹੈਗਾ ਨਾ ਬਚਨ, ਭਗਤ ਫਰੀਦ ਸਲੋਕ ਆਉਂਦੇ ਹੈ, ਉੱਥੇ ਬਚਨ ਆਉਂਦੇ ਹਨ ਵੀ ਐਡੀ ਤਾਕਤ ਦੇ ਮਾਲਕ ਹੋਣਾ, ਮਤ ਹੋਦੀ ਹੋਏ ਇਹ ਆਣਾ, ਤਾਣ ਹੋਦੇ ਹੋਏ ਨਿਤਾਣਾ, ਅਣਹੋਦੇ ਆਪ ਵੰਡਾਏ, ਕੋ ਐਸਾ ਭਗਤ ਸੁਧਾਏ। ਬਲਵਾਨ ਹੁੰਦਿਆਂ ਹੋਇਆ ਵੀ ਨਿਤਾਣੇ ਰਹਿਣਾ, ਬੜੀ ਮੱਤ ਹੁੰਦਿਆਂ ਹੋਇਆ ਵੀ ਅਣਜਾਣ ਬਣੇ ਰਹਿਣਾ। ਇਹਨੂੰ ਕਹੀਦਾ ਹੈ, ਇਹਦਾ ਜਿਹੜਾ ਸੁਭਾਅ ਬਣਾਉਣਾ ਖਿਮਾ ਦਾ ਆ। ਭਾਵ ਸੰਸਾਰ ਵਿੱਚ ਸਾਰੀਆਂ ਕਲਾ ਵਿੱਚੋਂ ਤਾਕਤਵਰ ਹੋਣਾ, ਫਿਰ ਵੀ ਆਪਣੇ ਆਪ ਨੂੰ ਨਿਤਾਣੇ 'ਚ ਜਨਾਉਣਾ। ਖਿਮਾ ਦੁੱਖ ਸੁੱਖ ਸਹਾਰਨ ਵਾਲੀ ਚਿੱਤ ਦੀ ਬਿਰਤੀ। ਕਿਸੇ ਨੇ ਸਾਨੂੰ ਵੱਧ ਘੱਟ ਬੋਲ ਦਿੱਤਾ ਹੈ ਅਤੇ ਆਪ ਤੋਂ ਛੋਟੇ ਨੇ ਉਹਨੂੰ ਖਿਮਾ ਕਰ ਦੇਣਾ, ਛਿਮਾ ਕਰ ਦੇਣਾ। ਖਿਮਾ ਇਹ ਹੋ ਗਈ ਅਹਿੰਸਾ। ਅਹਿੰਸਾ ਇੱਕ ਹੁੰਦੀ ਹਿੰਸਾ, ਇੱਕ ਹੁੰਦੀ ਅਹਿੰਸਾ। ਹਿੰਸਾ ਜੀਵ ਘਾਤ ਤੋਂ ਉਲਟ ਸੁਭਾਅ ਹੋਣਾ, ਭਾਵ ਪ੍ਰਾਣਾਂ ਦੇ ਵਿਯੋਗ ਦੇ ਅਨੁਕੂਲ ਵਪਾਰ ਨੂੰ ਹਿੰਸਾ ਕਹਿੰਦੇ ਹੈ, ਜੋ 3 ਪ੍ਰਕਾਰ ਦੀ ਹੁੰਦੀ, ਤਨ ਦੀ, ਮਨ ਦੀ, ਬਾਣੀ ਦੀ। ਹਿੰਸਾ ਸਿੱਧਾ ਸੌਖਾ ਜਿਹਾ ਇਹ ਸਮਝ ਲਓ, ਜੀਵ ਹੱਤਿਆ ਨਾ ਕਰਨਾ। ਹਿੰਸਾ ਹੁੰਦੀ ਜਿਹੜੀ ਜੀਵ ਹੱਤਿਆ ਕਰਨੀ। ਜਿਹੜੇ ਆਪਾਂ ਬੱਕਰੇ ਬੁੱਕਰੇ ਮਾਰਦੇ ਹਾਂ ਨਾ, ਕੁਕੜੀਆਂ, ਇਹ ਜੀਵ ਹੱਤਿਆ, ਇਹਨੂੰ ਹਿੰਸਾ ਕਹਿੰਦੇ ਆ। ਜਿਹੜਾ ਨਾ ਮਾਰਨਾ ਇਹ ਅਹਿੰਸਾ।
ਤੇ ਹਿੰਸਾ ਤਿੰਨ ਪ੍ਰਕਾਰ ਦੀ ਆ। ਅਹਿੰਸਾ ਅਹਿੰਸਾ ਵੀ ਤਿੰਨ ਪ੍ਰਕਾਰ ਦੀ ਤੇ ਹਿੰਸਾ ਵੀ ਤਿੰਨ ਪ੍ਰਕਾਰ ਦੀ। ਜਿਹੜਾ ਨਾ ਕਰਨਾ ਉਹ ਅਹਿੰਸਾ, ਜਿਹੜਾ ਕਰਨਾ ਉਹ ਹਿੰਸਾ। ਤਨ ਦੀ ਹਿੰਸਾ ਕੀ ਆ? ਇਹ ਜਿਹੜਾ ਸਥੂਲ ਸਰੀਰ ਦੁਆਰਾ ਕਿਸੇ ਜੀਵ ਨੂੰ ਮਾਰ ਦੇਣਾ, ਇਹ ਤਨ ਦੀ ਹਿੰਸਾ। ਆਪਣੇ ਹੱਥਾਂ ਨਾਲ ਬੰਦਾ ਵੱਢ ਦੇਣਾ, ਮਾਰ ਦੇਣਾ, ਆਪਣੇ ਹੱਥਾਂ ਨਾਲ ਕੁਕੜੀਆਂ, ਮੁਰਗੇ, ਬੱਕਰੇ ਮਾਰ ਦੇਣ। ਮਨ ਦੀ ਹਿੰਸਾ ਕੀ ਆ? ਮਨ ਕਰਕੇ ਕਿਸੇ ਦਾ ਬੁਰਾ ਚਿਤਵਾਉਣਾ, ਮਨ ਕਰਕੇ ਇਹਦਾ ਰਹੇ ਕੱਖ ਨਾ, ਇਹਨੂੰ ਇੱਦਾਂ ਹੋ ਜੇ, ਇਹ ਮਨ ਦੀ ਹਿੰਸਾ। ਬਾਣੀ ਦੀ ਹਿੰਸਾ ਤੀਸਰੀ ਕੀ ਆ? ਜ਼ਬਾਨ ਨਾਲੋਂ ਕੌੜੇ ਝੂਠੇ ਬਚਨ ਬੋਲ ਕੇ ਕਿਸੇ ਦਾ ਹਿਰਦਾ ਦੁਖਾ ਦੇਣਾ, ਫਿੱਕਾ ਬੋਲਣਾ, ਇਹ ਬਾਣੀ ਦੀ ਹਿੰਸਾ। ਇਹ ਤਿੰਨ ਪ੍ਰਕਾਰ ਦੀ ਹਿੰਸਾ ਤੋਂ ਰਹਿਤ ਬਿਰਤੀ ਦਾ ਨਾਮ ਕੀ ਆ? ਅਹਿੰਸਾ। ਮਤਲਬ ਜੋ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਕਰਨੇ ਆ ਮਾੜੇ ਆਚਾਰ, ਉਹਨੂੰ ਹਿੰਸਾ। ਜਿਹੜੇ ਨਹੀਂ ਕਰਨੇ ਉਹ ਤੋਂ ਰਹਿਤ ਹੋਣਾ, ਉਹ ਅਹਿੰਸਾ। ਇੱਕ ਤੇ ਦੂਜਾ ਅਹਿੰਸਾ। ਦੋ ਦਇਆ। ਤੀਜੀ ਦਇਆ। ਕਿਸੇ ਦੂਸਰੇ ਦੇ ਦੁੱਖ ਨੂੰ ਦੇਖ ਕੇ ਚਿੱਤ ਦੇ ਵਿੱਚ ਦਰਵ ਜਾਣਾ, ਉਹਨੂੰ ਦਇਆ ਆਖਦੇ ਆ। ਭਾਵ ਬਾਲਕ ਬ੍ਰਿਧ ਉੱਪਰ ਤਰਸ ਕਰਨਾ, ਛੋਟੇ 'ਤੇ, ਬਜ਼ੁਰਗ 'ਤੇ, ਮਾਤੜ ਗਰੀਬ 'ਤੇ ਤਰਸ ਕਰਨਾ, ਰੋਗੀ ਪੁਰਸ਼ ਦਾ ਵੇਖ ਕੇ ਯਥਾ ਸ਼ਕਤੀ ਨਾਲ ਦੁੱਖ ਦੂਰ ਕਰਨਾ, ਉਹਦੀ ਮਦਦ ਕਰਨੀ, ਸਭ ਜੀਵਾਂ ਨੂੰ ਪਰਮੇਸ਼ਰ ਦੀ ਅੰਸ਼ ਜਾਣ ਕੇ ਸਭ ਦਾ ਸੁੱਖ ਮੰਗਣਾ, ਸਭ ਦੀ ਸੁੱਖ ਮੰਗਣੀ, ਇਹ ਦਇਆ ਦਾ ਸਰੂਪ ਹੈ। ਹਾਂਜੀ, ਇਹ ਦਇਆ ਹੋ ਗਈ। ਤਰਸ ਜਾ ਜਾਣਾ ਕਿਸੇ ਨੂੰ ਵੇਖ ਕੇ। ਮ੍ਰਿਦ। ਮ੍ਰਿਦ ਹੁੰਦਾ ਮਿੱਠਾ, ਭਾਵ ਕਿ ਮ੍ਰਿਦ ਮਿੱਠਾ ਸੁਭਾਅ, ਮਿੱਠਾ ਬੋਲਣਾ, ਵਚਨ ਬੋਲਣੇ, ਆਪਣੇ ਚਿੱਤ ਨੂੰ ਸਦਾ ਸ਼ਾਂਤ ਰੱਖਣਾ, ਕਿਸੇ ਦੇ ਨਾਲ ਵੀ ਕ੍ਰੋਧ ਨਾਲ ਵਾਲੇ ਵਚਨ ਨਹੀਂ ਬੋਲਣੇ, ਫਿੱਕੇ ਵਚਨ ਨਹੀਂ ਬੋਲਣੇ, ਸਾਰਿਆਂ ਪ੍ਰਤੀ ਸ਼ੁਭ ਉਪਦੇਸ਼ ਦੇਣਾ, ਇਹ ਮ੍ਰਿਦਤਾ ਦਾ ਸਰੂਪ ਹੈ। ਪ੍ਰਭ ਮ੍ਰਿਦ ਸੁਭਾਅ, ਮਿੱਠਾ ਬੋਲਣਾ। ਚਾਰ ਹੋ ਗਏ ਗੁਣ, ਚਾਰ ਚਿੰਨ੍ਹ ਹੋ ਗਏ ਧਰਮ ਦੇ। ਸੱਤ ਬਚਨ, ਫਿਰ ਸੱਤ ਬਚਨ, ਸੱਚੇ ਬਚਨ ਬੋਲਣੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਜੋ ਮੁਖ ਤੋਂ ਬਚਨ ਕਹਿ ਦਿੱਤਾ ਉਸ ਨੂੰ ਪੂਰਾ ਕਰਨਾ, ਬਚਨ ਕਰੇ ਤਾਂ ਖਿਸਕ ਜਾਏ, ਉਹ ਬੰਦਾ ਨਹੀਂ ਪ੍ਰਵਾਨ। ਸੱਤ ਬਚਨ, ਜਿਹੜਾ ਬਚਨ ਵੀ ਕਰਨਾ ਉਹ ਸੱਚ ਹੀ ਕਰਨਾ, ਉਸ ਨੂੰ ਪੂਰਾ ਕਰਨਾ। ਮੂੰਹ ਬਚਨ ਕਹਿ ਕੇ ਪੂਰਾ ਨਹੀਂ ਕਰਦਾ ਜੋ, ਉਹ ਜਿਉਂਦਾ ਹੋਇਆ ਵੀ ਮਰਿਆ ਹੈ। ਜੋ ਮੁਖੋਂ ਕੇ ਬਚਨਾਂ ਨੂੰ ਪੂਰਾ ਕਰਨ ਵਾਲਾ, ਉਹ ਮਰਿਆ ਹੋਇਆ ਵੀ ਸਦਾ ਜਿਉਂਦਾ ਹੈ। ਠੀਕ ਹੈ ਜੀ। ਸੱਤ ਬਚਨ, ਸੱਚ ਬਚਨ ਬੋਲਣਾ, ਭਾਵ ਜੋ ਕਹਿ ਦਿੱਤਾ ਉਹ ਕਰਨਾ ਹੀ ਆ, ਜੋ ਨਹੀਂ ਕਿਹਾ, ਜੋ ਨਹੀਂ ਕਰਨਾ ਉਹ ਕਹਿਣਾ ਨਹੀਂ। ਇਹ ਅੱਗੇ ਆ ਜਾਏਗਾ ਗ੍ਰੰਥ ਵਿੱਚ ਜੀ, ਸਿੱਖਿਆ ਵਾਸਤੇ। ਤਾਪ। ਫਿਰ ਛੇਵਾਂ ਹੈ ਧਰਮ ਦਾ ਚਿੰਨ੍ਹ ਤਪ। ਤਪ ਕੀ ਹੈ? ਤਪੱਸਿਆ ਕਰਨੀ। ਤਪ ਵੀ ਅੱਗੇ ਤਿੰਨ ਪ੍ਰਕਾਰ ਦਾ ਮੰਨਿਆ ਜਾਂਦਾ। ਤਾਮਸੀ ਤਪ, ਰਾਜਸੀ ਤਪ, ਸਾਂਤਕੀ ਤਪ। ਤਾਮਸੀ ਤਪ ਕੀ ਆ? ਅੰਨ ਪਾਣੀ ਦਾ ਤਿਆਗ ਕਰ ਦੇਣਾ, ਜਲ ਧਾਰੇ ਕਰਨੇ, ਧੂਣੀਆਂ ਤਾਪਣੀਆਂ ਇਤਿਆਦਿਕ। ਜਿਹੜਾ ਸਰੀਰ ਨੂੰ ਕਸ਼ਟ ਦੇ ਕੇ ਤਪੱਸਿਆ ਕਰਨੀ ਆ ਨਾ, ਇਹਨੂੰ ਤਾਮਸੀ ਤਪ ਕਹਿੰਦੇ। ਫਿਰ ਰਾਜਸੀ ਤਪ, ਜੋ ਖੋਟੇ ਕਰਮਾਂ ਦੇ ਵੱਲੋਂ ਆਪਣੀਆਂ ਇੰਦਰੀਆਂ ਨੂੰ ਰੋਕਣਾ ਹੈ, ਇਹ ਇਸ ਨੂੰ ਰਾਜਸੀ ਤਪ ਆਖਦੇ। ਮਾੜੇ ਕਰਮਾਂ ਵੱਲੋਂ ਰੋਕ ਕੇ ਰੱਖਣਾ, ਇਹ ਰਾਜਸੀ ਤਪ ਹੈ। ਸਾਂਤਕੀ ਤਪ ਕੀ ਆ? ਜੋ ਅੰਤःਕਰਨ ਦੀ ਬਿਰਤੀ ਹੈ ਨਾ, ਅਨਾਤਮ ਪਦਾਰਥਾਂ ਵੱਲੋਂ ਰੋਕ ਕੇ ਅੰਤਰਮੁਖ ਕਰਨ, ਭਾਵ ਬਾਹਰੀ ਵਿਸ਼ਿਆਂ ਵੱਲੋਂ ਰੋਕ ਕੇ ਨਾ। ਕਿਉਂਕਿ ਆਤਮਾ ਤੋਂ ਬਗੈਰ ਜਿੰਨੀਆਂ ਵੀ ਵਸਤੂਆਂ ਉਹ ਅਨਾਤਮ ਆ। ਆਤਮਾ ਤੋਂ ਬਗੈਰ ਸਰੀਰ ਦੇ ਸਥੂਲ ਸਰੀਰ, ਪੰਜ ਕੋਸ਼, ਪੰਜ ਪ੍ਰਾਣ, ਮਨ, ਬੁੱਧ, ਚੇਤ, ਅਹੰਕਾਰ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹ ਸਭ ਅਨਾਤਮ ਆ। ਅਤੇ ਜੋ ਅੰਤःਕਰਨ ਦੀ ਬਿਰਤੀ ਅਨਾਤਮ ਪਦਾਰਥਾਂ ਵੱਲੋਂ, ਭਾਵ ਬਾਹਰੀ ਬਹਿਰਮੁਖ ਬਿਰਤੀ ਰੋਕ ਕੇ ਅੰਤਰਮੁਖ ਕਰਨੀ ਹੈ। ਆਪਣੇ ਸਵੈ ਸਰੂਪ ਵਿੱਚ ਆਪਣੀ ਬਿਰਤੀ ਪਰਮਾਤਮਾ ਦੇ ਸਰੂਪ ਵਿੱਚ ਸਥਿਤ ਕਰਨੀ, ਅਥਵਾ ਆਪਣੀ ਸਵੈ ਸਰੂਪ ਵਿੱਚ ਸਥਿਤ ਕਰਨੀ, ਇਸ ਨੂੰ ਸਾਂਤਕੀ ਤਪ ਕਹਿੰਦੇ। ਅਤੇ ਇੱਦਾਂ ਵੀ ਆ ਵੀ ਜਿਵੇਂ ਚਿੱਤ ਦੀ ਇਕਾਗਰਤਾ ਦਾ ਨਾਮ ਵੀ ਤਪ ਆ। ਜਿਵੇਂ ਭਰਤਰੀ ਜੀ ਨੇ ਕਥਨ ਕੀਤਾ, ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ। ਇਹ ਤਪ ਹੀ ਸਭ ਤੋਂ ਉੱਤਮ ਆ। ਇਸ ਤਪ ਦੇ ਬਲ ਨਾਲ
ਬ੍ਰਹਮ ਦੀ ਪ੍ਰਾਪਤੀ ਹੋ ਕੇ ਅੰਤ ਨੂੰ ਵਿਦੇਹ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੀਵ ਸਭ ਪ੍ਰਕਾਰ ਕਰਕੇ ਸਮਰੱਥਵਾਨ ਹੋ ਜਾਂਦਾ। ਤੁਲਸੀਦਾਸ ਜੀ ਵੀ ਜਿਹੜੇ ਬਾਲਕਾਂਡ ਵਿੱਚ ਐਸਾ ਕਥਨ ਕਰਦੇ ਆ ਕਿ ਉਹਨਾਂ ਦੇ ਬਚਨ ਹੀ ਆਉਂਦੇ ਆ, ਤਪ ਬਲ ਰਚੇ ਪਰਪੰਚ ਵਿਧਾਤਾ, ਤਪ ਬਲ ਵਿਸ਼ਨੂੰ ਸਕਲ ਜਗ ਭਰਾਤਾ। ਤਪ ਦੇ ਬਲ ਕਰਕੇ ਵਿਸ਼ਨੂੰ ਜਿਹੜੇ ਹੈ ਸਾਰੇ ਜਗਤ ਦੀ ਪ੍ਰਤਪਾਲਨਾ ਕਰਦੇ ਆ, ਅਤੇ ਵਿਧਾਤਾ ਬ੍ਰਹਮਾ ਪਰਪੰਚ ਸੰਸਾਰ ਨੂੰ ਰਚਦਾ ਤਪ ਦੇ ਬਲ ਕਰਕੇ। ਤਪ ਬਲ ਸੰਭ ਕਰ ਹੈ ਸੰਹਾਰਾ, ਤਪ ਦੇ ਬਲ ਕਰਕੇ ਸ਼ੰਭੂ ਸ਼ਿਵ ਜੀ ਜਿਹੜੇ ਆ ਉਹ ਸੰਘਾਰ ਕਰਦੇ ਜੀਵਾਂ ਦਾ। ਤਪ ਬਲ ਸ਼ੇਸ਼ ਧਰਤ ਮਹਿ ਭਾਰਾ, ਧਰਤੀ ਜਿਹੜੀ ਹੈ ਇੰਨੀ ਭਾਰੀ ਆ, ਉਹ ਸੀਸ ਦੇ ਉੱਪਰ ਸ਼ੇਸ਼ਨਾਗ ਨੇ ਤਪ ਦੇ ਬਲ ਕਰਕੇ ਧਾਰਨ ਕੀਤੀ ਹੋਈ। ਤਪ ਆਧਾਰ ਸਭ ਸ੍ਰਿਸ਼ਟ ਭਵਾਨੀ। ਹਾਂਜੀ, ਤਪ ਦੇ ਆਸਰੇ ਜਿਹੜੀ ਹੈ ਸਾਰੀ ਸ੍ਰਿਸ਼ਟੀ ਆ ਉਸ ਨੂੰ ਇਹ ਭਵਾਨੀ ਭਾਵ ਇਹ ਲੈ ਕੇ ਆਉਂਦੀ ਹੈ ਭਵਾਨੀ ਦੇਵੀ ਨੇ। ਹਾਂਜੀ, ਕਰਹੁ ਜਾਏ ਤਪ ਅਸ ਜੀਅ ਜਾਨੀ। ਇਸ ਕਰਕੇ ਇਸ ਤਰ੍ਹਾਂ ਚੀਜ਼ ਜਾਣਨੀ ਹੈ ਵੀ ਤਪ ਹੀ ਜਾ ਕੇ ਕਰੋ, ਤਪ ਮਹਾਨ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਾਂ ਦੀ ਸੇਵਾ ਨੂੰ ਤਪ ਦਾ ਸ਼੍ਰੋਮਣ ਤਪ ਲਿਖਿਆ, ਅਤੇ ਹੈ ਵੀ ਉਹ ਗੁਰ ਸੇਵਾ ਤਪਾਂ ਸਿਰ ਤਪਸਾਰ। ਸਤਿਗੁਰੂ ਅਮਰਦਾਸ ਜੀ ਨੇ ਜਿੰਨਾ ਤਪ ਕੀਤਾ, ਕਿਹਨੇ ਕੀਤਾ, ਕਿੱਡਾ ਵੱਡਾ ਤਪ ਕੀਤਾ। ਠੰਡ ਦੇ ਦਿਨਾਂ 'ਚ, ਗਰਮੀਆਂ ਦੇ ਦਿਨਾਂ 'ਚ ਪਾਠ ਵੀ ਕਰਨੇ, ਜਲ ਵੀ ਗਾਗਰ ਭਰ ਭਰ ਲਿਆਉਣੀ, ਅੰਮ੍ਰਿਤ ਵੇਲੇ ਫਟੇ ਪੁਰਾਣੇ ਵਸਤਰ ਪਹਿਨ ਕੇ ਗੁਜ਼ਾਰਾ ਕੀਤਾ। 12 ਸਾਲ ਸਤਿਗੁਰੂ ਮਹਾਰਾਜ ਜੀ ਨੇ ਵੱਡੀ ਉਮਰਾਂ ਵਿੱਚ ਗਾਗਰ ਚੁੱਕਣੀ ਕਿਤੇ ਮਾੜੀ ਮੋਟੀ ਗੱਲ ਥੋੜ੍ਹੀ। ਬਹੁਤ ਕਠਿਨ ਤਪ ਗੁਰੂ ਅਮਰਦਾਸ ਜੀ ਦਾ, ਇੱਥੇ ਇੰਨਾ ਵਿਸਤਾਰ ਕਰਨ ਦਾ ਜਿਹੜਾ ਸਮਾਂ ਨਹੀਂ ਹੈ, ਨਹੀਂ ਤਾਂ ਬਹੁਤ ਗੁਰੂ ਅਮਰਦਾਸ ਮਹਾਰਾਜ ਜੀ ਦੀ ਤਪੱਸਿਆ। ਤਾਂ ਹੀ ਕਿਹਾ ਗੁਰ ਸੇਵਾ ਤਪਾਂ ਸਿਰ ਤਪਸਾਰ। ਜਿਹੜੇ ਹੁਣ ਵੀ ਕਰਦੇ ਨਾ ਬੰਦਗੀ ਦੇ ਸੇਵਾ, ਉਹਨਾਂ ਕੋਲ ਪਾਸਾ ਨਹੀਂ ਮੁੜਦਾ। ਇਹੋ ਜਿਹੀ ਨੀਂਦ ਆਉਂਦੀ ਉਹਨਾਂ ਨੂੰ ਜਿਹੜੇ ਲੰਗਰ ਹਾਲ 'ਚ ਹੋਰ ਗੁਰੂ ਦੀਆਂ ਕਾਰ ਸੇਵਾਵਾਂ ਕਰਦੇ। ਗੁਰ ਸੇਵਾ ਤਪਾਂ ਸਿਰ ਤਪਸਾਰ, ਸਰੀਰ ਨੂੰ ਧੋਣਾ ਹੀ ਗੁਰੂ ਦੀ ਸੇਵਾ ਵਿੱਚ ਤਪ ਵੱਡਾ ਹੈ। ਅਤੇ ਤਾਮਸੀ ਤਪ, ਰਾਜਸੀ ਤਪ, ਸਾਂਦਗੀ ਤਪ, ਇਹ ਧਰਮ ਦੇ ਚਿੰਨ੍ਹ ਆ। ਅੱਗੇ 3 ਪ੍ਰਕਾਰ ਦਾ ਅੱਗੇ ਆ ਜਾਂਦਾ। ਤਾਮਸੀ ਤਪ ਸਰੀਰ ਕਰਕੇ ਆ, ਜਿਹੜਾ ਇੰਦਰੀਆਂ ਨੂੰ ਰੋਕ ਕੇ ਰੱਖਣਾ, ਮਾੜੇ ਕਰਮਾਂ ਵੱਲੋਂ 5 ਕਰਮ ਇੰਦਰ 5 ਗਿਆਨ ਇੰਦਰੀ, ਇਹ ਰਾਜਸੀ ਤਪ। ਉਹ ਸਰੀਰ ਨੂੰ ਜਦੋਂ ਤਪਾਉਣਾ ਅਤੇ ਸਰੀਰ ਨੂੰ ਕਸ਼ਟ ਆਉਣਾ ਨਾ, ਇੱਦਾਂ ਬਸ ਸਰੀਰ ਨੂੰ ਕਸ਼ਟ ਨਾ ਦੇਣਾ, ਬਸ ਆਪਣੇ ਸਰੀਰ ਅੰਗ ਜਿਹੜੇ ਅੰਗ ਪ੍ਰਤੰਗ ਇਹਨਾਂ 'ਤੇ ਕੰਟਰੋਲ ਕਰਕੇ ਰੱਖਣਾ। ਪੈਰਾਂ ਕਰਕੇ ਮਾੜੇ ਪਾਸੇ ਨਾ ਜਾਣਾ, ਹੱਥਾਂ ਨਾਲ ਖੋਟਾ ਕਰਮ ਚੋਰੀ ਆਦਿ ਨਾ ਕਰਨੀ, ਵਿਸ਼ੇ ਨਾ ਕਮਾਉਣੇ, ਅੱਖਾਂ ਨਾਲ ਮਾੜਾ ਨਾ ਦੇਖਣਾ, ਕੰਨਾਂ ਨਾਲ ਮਾੜਾ ਨਾ ਸੁਣਨਾ, ਇਹ ਰਾਜਸੀ ਤਪ ਹੈ। ਮਤਲਬ ਜੋ ਖੋਟੇ ਕਰਮਾਂ ਦੇ ਵੱਲੋਂ, ਜਿੰਨੇ ਮਾੜੇ ਕੰਮਾਂ ਵੱਲੋਂ ਆਪਣੀ ਇੰਦਰੀਆਂ 5 ਕਰਮ ਇੰਦਰ 5 ਗਿਆਨ ਇੰਦਰੀਆਂ ਨੂੰ ਰੋਕ ਕੇ ਰੱਖਣਾ, ਇਹ ਰਾਜਸੀ ਤਪ ਹੈ। ਅਤੇ ਜੋ ਅੰਤःਕਰਨ ਜਾਂ ਮਨ ਦੀ ਬਿਰਤੀ ਹੈਗਾ, ਮਨ ਦੀ ਬਿਰਤੀ ਹੁੰਦੀ ਹੈ, ਅਤੇ ਅੰਤःਕਰਨ ਉਹਦਾ ਹੀ ਨਾਮ ਹੈ। ਇਹ ਅਨਾਤਮ ਪਦਾਰਥ ਜਿਹੜੇ ਬਾਹਰੀ ਪਦਾਰਥ ਹੈ, ਜਿਹਨੇ ਆਪਾਂ ਬਾਹਰ ਵੇਖਦੇ ਅਨਾਤਮ ਪਦਾਰਥ, ਇਹ ਆਤਮਾ ਨਹੀਂ। ਇਹ ਬਾਹਰੀ ਪਦਾਰਥਾਂ ਵੱਲੋਂ ਰੋਕ ਕੇ ਜਿਹੜੀ ਬਿਰਤੀ ਅੰਤਰਮੁਖ ਕਰਨੀ ਹੈ ਨਾ, ਭਾਵ ਅੱਖਾਂ ਜ਼ਰੂਰੀ ਨਹੀਂ ਅੱਖਾਂ ਬੰਦ ਕਰਕੇ ਅੰਤਰਮੁਖ ਬਿਰਤੀ ਹੁੰਦੀ ਆ। ਅੱਖਾਂ ਖੁੱਲ੍ਹੀਆਂ ਦੇ ਸਮੇਤ ਹੀ ਜਿਹੜਾ ਅੰਤਰਮੁਖ ਰਹਿਣਾ ਹੈ, ਆਪਣੀ ਬਿਰਤੀ ਜਿਹੜੀ ਆਪਣੇ ਸਵੈ ਸਰੂਪ ਅਥਵਾ ਪਰਮਾਤਮਾ ਦੇ ਸਰੂਪ ਵਿੱਚ ਸਥਿਤ ਕਰਕੇ ਰੱਖਣੀ ਹੈ ਨਾ। ਧਿਆਨ ਉੱਧਰ ਲਾਈ ਰੱਖਣਾ, ਧਿਆਨ ਉੱਧਰ ਹੀ ਰਹਿਣਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਹਨੂੰ ਕਹਿੰਦੇ ਆ ਸਾਦਗੀ ਤਪ, ਉਹ ਮਹਾਨ ਹੈ। ਸੋ ਇਹ ਤਪ ਦੀ ਪਰਿਭਾਸ਼ਾ ਹੈ। ਅੱਗੇ ਹੈ ਦਾਨ, ਖੇਮਾ ਅਹਿੰਸਾ ਦਇਆ ਅੰਮ੍ਰਿਤ ਸਤ ਬਚਨ ਤਪ ਦਾਨ। ਦਾਨ ਕੀ ਹੈ 6ਵਾਂ। 7ਵਾਂ ਖੇਮਾ ਅਹਿੰਸਾ ਦਇਆ ਅੰਮ੍ਰਿਤ 4, ਸਤ ਬਚਨ 5, ਤਪ 6, ਦਾਨ 7। ਦਾਨ ਕੀ ਆ ਖੈਰਾਤ ਦੇਣਾ। ਇਹ ਦਾਨ ਵੀ 3 ਪ੍ਰਕਾਰ ਦਾ, ਤਾਮਸੀ ਦਾਨ, ਰਾਜਸੀ ਦਾਨ, ਸਾਂਦਗੀ ਦਾਨ। ਦਾਨ ਕੀ ਹੈ, ਜਿਵੇਂ ਆਪਾਂ ਕਿਸੇ ਨੂੰ ਦਿੰਦੇ ਹਾਂ ਨਾ ਕੁਝ, ਜਿਹੜੇ ਆਪਣੇ ਘਰਾਂ 'ਚ ਹੁੰਦੇ, ਆਪਾਂ ਉਹਦੇ ਹੱਥ 'ਤੇ ਕੁਝ ਰੱਖਦੇ ਹਾਂ, ਆਟਾ ਚੌਲ ਦਾਲ, ਕਿਸੇ ਨੂੰ ਦਿੰਦੇ ਜਿਹੜਾ ਆਪਣੇ ਵੱਲੋਂ ਖੁਸ਼ੀ ਨਾਲ, ਉਹਨੂੰ ਦਾਨ ਕਿਹਾ ਜਾਂਦਾ।
ਤੇ ਤਾਮਸੀ ਦਾਨ ਕੀ ਆ? ਜੋ ਕ੍ਰੋਧ ਜਾਂ ਕਿਸੇ ਨਾਲ ਲੜਦੇ ਹੋਏ ਕੁਝ ਦਾਨ ਕਰਨਾ, ਉਸ ਨੂੰ ਤਾਮਸੀ ਦਾਨ ਕਹਿੰਦੇ ਆ। ਜਿਸ ਦਾਨ ਦਾ ਫਲ ਦੁੱਖ ਹੀ ਪ੍ਰਾਪਤ ਹੁੰਦਾ। ਆਪਣੇ ਘਰ ਕੋਈ ਮੰਗਣ ਆਇਆ, ਉਹਨੂੰ 20 ਗੱਲਾਂ ਕਰਕੇ ਦਿੱਤਾ, ਲੈ ਤੇਰੀਆਂ ਚੰਗੀਆਂ ਭਲੀਆਂ ਲੱਤਾਂ ਹੈ, ਬਾਹਾਂ ਹੈ, ਤੂੰ ਐਡਾ ਤਗੜਾ ਮੋਢਾ ਹੈ, ਤੂੰ ਆਪੇ ਨਹੀਂ ਕਰਕੇ ਖਾ ਸਕਦਾ। ਜਿਹੜੇ ਤਾਨੇ ਮਿਹਣੇ ਜੇ ਕਰਨੇ ਆ ਨਾ, ਤੇ ਦੇ ਵੀ ਦੇਣਾ, ਪਲੇਟ ਆਟੇ ਦੀ ਪਾ ਵੀ ਦੇਣੀ ਝੋਲੀ 'ਚ, ਨਾਲੇ 20 ਗੱਲਾਂ ਕਰਨੀਆਂ। ਇਹ ਤਾਮਸੀ ਦਾਨ ਹੈ, ਇਹਦਾ ਦੁੱਖ ਪ੍ਰਾਪਤ ਹੁੰਦਾ, ਕਿਉਂਕਿ ਘਰ ਆਇਆ ਅਤਿਥੀ ਦਾ ਅਪਮਾਨ ਕਰਨਾ, ਇਹਦਾ ਫਲ ਮਾੜਾ ਮਿਲਦਾ। ਰਾਜਸੀ ਦਾਨ ਉਹ ਕੀ ਆ? ਆਪਣੇ ਜਸ, ਵਡਿਆਈ, ਆਪਣੀ ਮਹਿਮਾ ਆਦਿ ਦੀ ਇੱਛਾ ਨਾਲ ਦਾਨ ਕਰਨਾ, ਕਿ ਲੋਕ ਮੇਰੀ ਵਡਿਆਈ ਕਰਨ, ਇਸ ਨੂੰ ਰਾਜਸੀ ਦਾਨ ਆਖਦੇ। ਮਤਲਬ ਜਿੱਦਾਂ ਗੁਰੂ ਘਰ ਵੀ ਗੁਰੂ ਘਰ ਦੇਣਾ ਦਾਨ, ਪਹਿਲੀ ਗੱਲ ਆਪਾਂ ਤਾਂ ਮੰਨਦੇ ਨਹੀਂ। ਦਾਨ ਤਾਂ ਦੇਈਦਾ ਮਾਤੜ ਗਰੀਬ ਨੂੰ, ਗੁਰੂ ਨੂੰ ਦਾਨ ਕੀ ਦੇਣਾ? ਮਤਲਬ ਜਦੋਂ ਗੁਰੂ ਘਰ ਚੜਾਉਂਦੇ 5-10 ਹਜ਼ਾਰ ਦੇ ਆ ਫੁੱਲੇ ਸਮਾਉਂਦੇ ਵੀ ਨਾ ਮੇਰਾ ਬੋਲੋ, ਉਹ ਵਡਿਆਈ ਕਰਕੇ, ਜਾਂ ਬਾਹਰ ਕਿਸੇ ਨੂੰ ਕੱਪੜੇ ਕੁੱਪੜੇ 'ਚ ਵੰਡ ਦੇਣੇ, ਅਤੇ ਫਿਰ ਵੀ ਆਖਣ ਬੜਾ ਦਾਨ ਕਰਤਾ, ਇਹ ਰਾਜਸੀ ਦਾਨ ਆ। ਇੱਕ ਹੁੰਦਾ ਸਾਂਤਕੀ ਦਾਨ, ਸਭ ਕੁਝ ਪਰਮਾਤਮਾ ਦੀ ਦਾਤ ਸਮਝ ਕੇ, ਵੀ ਸਭ ਨੂੰ ਪਰਮਾਤਮਾ ਦਾ ਰੂਪ ਸਮਝ, ਹੰਕਾਰ ਤੋਂ ਰਹਿਤ ਹੋ ਕੇ ਅਤਿਅੰਤ ਨਿਮਰਤਾ ਸਹਿਤ ਦਾਨ ਕਰਨ ਨੂੰ ਸਾਂਤਕੀ ਦਾਨ ਆਖਦੇ। ਦੇ ਦੇ ਮੰਗ ਹੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਇੱਕ ਤਾਂ ਉਹ ਵੀ ਦਾਨ 4 ਪ੍ਰਕਾਰ ਦੇ ਲਿਖੇ ਹੀ ਹੈ ਨਾ, ਗੁਰਬਾਣੀ ਵਿੱਚ ਵੀ ਉਹ ਸੰਤਾਂ ਨੇ ਵਿਆਖਿਆ ਕੀਤੀ ਉਹਦੀ। ਆਸਾ ਦੀ ਵਾਰ 'ਚ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਦੇ ਦੇ ਮੰਗ ਹੈ ਸਹਿਸਾ ਗੁਣਾ, ਸੋਭ ਕਰੇ ਸੰਸਾਰ, ਸਤਿਆਂ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ। ਏਕਾਂ ਦੇ ਮਨ ਸੰਤੋਖ ਪੈਦਾ ਹੁੰਦਾ ਵੀ ਗੁਰੂ ਦਾ ਦਿੱਤਾ ਹੋਇਆ ਆਪਾਂ ਦੇਣਾ ਹੀ ਫਰਜ਼ ਆਪਣਾ, ਸੰਸਾਰ 'ਤੇ ਆਏ। ਇੱਕ ਦੇਣਾ ਕੈ ਵਿਚਾਰ, ਦੇਣ ਦੀ ਵਿਚਾਰਾਂ ਕਰਦੇ ਰਹਿੰਦੇ ਵੀ ਕਦੋਂ ਦਈਏ। ਇਹ ਵੀ ਦਾਨੀ 4 ਪ੍ਰਕਾਰ ਦੇ। ਦੇ ਦੇ ਮੰਗ ਹੈ ਸਹਿਸਾ ਗੁਣਾ, ਇੱਕ ਦੇ ਦੇ ਮਹਾਰਾਜ ਕੰਬਲ ਵੰਡੇ, ਹੁਣ ਕਰੋ ਕਿਰਪਾ ਸਾਡੇ 'ਤੇ ਵੀ, ਸਾਡੀ ਚੜ੍ਹਦੀ ਕਲਾ ਕਰੋ। ਗੁਣਾ ਮੰਗਦੇ, ਸੇਵਾ ਥੋੜ੍ਹੀ ਮੰਗਣ ਬਹੁਤਾ, ਸੋਭ ਕਰੇ ਸੰਸਾਰ। ਇੱਕ ਦਿਨ ਦੇ ਦਾਨ ਵੀ ਸਾਡੀ ਵਡਿਆਈ ਲੋਕ ਕਰਨ। ਸੋ 4 ਪ੍ਰਕਾਰ ਦੇ ਦਾਨੀ ਦਾਤੇ। ਅਤੇ ਦਾਨ ਜਿਹੜਾ ਵੀ ਕਿਸੇ ਨੂੰ ਆਪਾਂ ਦੇਣਾ ਆ, ਅਤੇ ਉਹ 3 ਪ੍ਰਕਾਰ ਦਾ ਦੇਣਾ, ਤਾਮਸੀ ਰੂਪ ਵਿੱਚ, ਰਾਜਸੀ ਰੂਪ ਵਿੱਚ ਅਤੇ ਸਾਂਤਕੀ ਰੂਪ ਵਿੱਚ। ਸਭ ਤੋਂ ਮਹਾਨ ਸਾਂਤਕੀ ਰੂਪ ਵਿੱਚ। ਸੀਲ ਸੌਚ ਤ੍ਰਿਸ਼ਨਾ ਬਿਨਾ। ਹੁਣ ਸੀਲ 8ਵਾਂ ਜਿਹੜਾ ਹੈ ਉਹ ਧਰਮ ਦਾ ਚਿੰਨ੍ਹ ਹੈ। ਸੀਲ ਕੀ ਹੈ? ਸ਼ਾਂਤ ਸੁਭਾਅ, ਸ੍ਰੇਸ਼ਟ ਆਚਰਣ ਹੋਣਾ, ਵਧੀਆ ਆਚਰਣ ਹੋਣਾ, ਸੀਲ ਸੁਭਾਅ ਜਿਹਨੂੰ ਆਪਾਂ ਕਹਿੰਦੇ। ਸ਼ਾਂਤ ਸੁਭਾਅ, ਗੱਲ ਬੜੀ ਧੀਰਜਤਾ ਨਾਲ ਕਰਨੀ, ਹਰੇਕ ਦਾ ਗੱਲ ਦਾ ਨਿਰਣਾ ਪ੍ਰੇਮ ਨਾਲ ਕਰਨਾ, ਕਾਹਲੀ ਨਾ ਪੈਣਾ। ਫਿਰ ਸੀਲ ਹੁੰਦਾ ਜਤ ਸਤ, ਸੀਲ ਸੁਭਾਅ, ਜਤ ਸਤ ਕਾਇਮ ਰੱਖਣਾ। ਕਮਲਵਤ, ਸਦਾ ਮੁਖ ਖਿੜਿਆ ਰਹਿਣਾ, ਮੱਥੇ 'ਤੇ ਕਦੇ ਵੱਟ ਨਹੀਂ ਪਾਉਣਾ, ਕਿਉਂਕਿ ਕਾਹਲਾ ਬੰਦਾ ਵੱਟ ਪਾਉਂਦਾ। ਸੀਲ ਸੁਭਾਅ ਵਾਲਾ ਆਪਾਂ ਕਹਿੰਦੇ ਨਾ, ਉਹਦਾ ਬੜਾ ਸੁਭਾਅ ਸੀਲ ਸੁਭਾਅ, ਜਾਂ ਜਰਨ ਸ਼ਕਤੀ ਜਿਹ 'ਚ ਬਹੁਤ। ਫਿਰ ਆਪਣੇ ਧਰਮ ਵਿੱਚ ਪਰਪੱਕ ਰਹਿਣਾ, ਇਸ ਦਾ ਨਾਮ ਸੀਲ ਹੈ। ਕਿੰਨੇ ਗੁਣ ਆ ਜਾਂਦੇ ਇਹਦੇ ਵਿੱਚ। ਸੀਲ ਸੁਭਾਅ ਹੋਣਾ ਵੀ ਪੁੰਨਾਂ ਦਾ ਫਲ ਹੈ। ਇਹ ਸੀਲ ਸੁਭਾਅ ਲੋਕ ਪਰਲੋਕ ਵਿੱਚ ਫਲ ਦਿੰਦਾ। ਭਾਵ ਰਸਾਮ੍ਰਿਤ ਵਿੱਚ ਵੀ ਉਹ ਬਚਨ ਆਉਂਦੇ ਆ ਨਾ, ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਲਿਖੇ ਆ, ਭਾਵ ਮੰਡਲ ਮਾਹੇ ਸਸੀਲ ਫਲੇ। ਸੰਸਾਰ ਮੰਡਲ ਵਿੱਚ ਕਹਿੰਦੇ ਸਸੀਲ ਸ੍ਰੇਸ਼ਟ ਸੀਲ ਸੁਭਾਅ ਹੀ ਫਲਦਾ, ਪੁੰਨ ਸੀਲ ਪਰਲੋਕ ਵਿਖੇ ਫਲ ਜਾਏ। ਫਿਰ ਸੀਲ ਸੁਭਾਅ ਦਾ ਫਲ ਜਿਹੜਾ ਵਾ ਪਰਲੋਕ ਵਿੱਚ ਹੀ ਜਾ ਕੇ ਮਿਲਦਾ, ਉੱਥੇ ਜਾ ਕੇ ਪਾਉਂਦਾ। ਜਗ ਸੀਲ ਕੋ ਪਾਲਣ ਉਤਮ ਹੈ। ਇਹ ਜਗਤ ਦੇ ਲੋਕੋ, ਸੀਲ ਸੁਭਾਅ ਨੂੰ ਪਾਲਣਾ ਬਹੁਤ ਉੱਤਮ ਹੈ, ਸ੍ਰੇਸ਼ਟ ਹੈ। ਤਨ ਆਪਦ ਦੇ ਸਹਿਸੀਲ ਗਣਾਏ। ਸਰੀਰ ਦੇ ਉੱਤੇ ਆਪਤ ਆ ਜਾਏ ਅਤੇ ਆਪਦ ਤੇ ਸਹਿ ਸੀਲ ਗਣਾਏ। ਜਿਹੜਾ ਸੀਲ ਸੁਭਾਅ ਆ ਨਾ, ਉਹ ਸਰੀਰ 'ਤੇ ਆਪਦਾ ਵੀ ਆ ਜਾਏ ਤਾਂ ਵੀ ਮਨੁੱਖ ਸਹਿ ਲੈਂਦਾ। ਜਦੋਂ ਅਸੀਂ ਕਾਹਲੇ ਨਾ ਹੋਵਾਂਗੇ, ਆਪਾਂ ਕਹਾਂਗੇ ਚਲੋ ਪਰਮੇਸ਼ਰ ਦੇ ਕਰਕੇ ਹੋ ਗਿਆ, ਚਲੋ ਕੋਈ ਨਹੀਂ ਠੀਕ ਹੋ ਜਾਵਾਂਗੇ,
पर जे काले पै गए तो फिर नहीं हो सकता। जे नरमी सुभाਅ ना आया, शांत सुभाਅ ना आया। सील मतलब शांत सुभाਅ, बहुत ਇਹਦੇ अर्थ है सीधा ਜਾਂ शांत सुभाਅ। ਸੌਚ ਇਹ ਨੌਵਾਂ ਧਰਮ ਦਾ ਚਿੰਨ੍ਹ ਹੈ। ਸੌਚ ਨਾਮ ਪਵਿੱਤਰਤਾ। ਇਹ ਵੀ ਦੋ ਪ੍ਰਕਾਰ ਦੀ ਮੰਨੀ ਹੈ, ਇੱਕ ਅੰਦਰਲੀ ਸੌਚ ਪਵਿੱਤਰਤਾ, ਇੱਕ ਬਾਹਰਲੀ ਸੌਚ। ਅੰਦਰਲੀ ਸੌਚ ਕੀ ਆ? ਜੋ ਮਨ ਵਿੱਚ ਈਰਖਾ ਛਲ ਫਰੇਬ ਦਾ ਤਿਆਗ ਕਰਨਾ ਹੈ ਅੰਦਰਲੀ ਪਵਿੱਤਰਤਾ। ਹਾਂਜੀ, ਭਾਵ ਮਨ ਦੀ ਪਵਿੱਤਰਤਾ। ਮਨ ਕਰਕੇ ਮੈਲ ਨਾ ਹੋਣ। ਜਿਹਦਾ ਮਨ ਮੈਲ ਆ ਅਤੇ ਉਹਦਾ ਸਭ ਕੁਛ ਮੈਲ। ਮਨ ਮੈਲ ਆ, ਸਭ ਕੁਛ ਮੈਲ ਆ। ਠੀਕ ਹੈ ਜੀ। ਮਨ ਮਾਂਜੇ, ਮਨ ਨੂੰ ਜੇ ਮਾਂਜੀਏ ਅਤੇ ਆਪਣੇ ਆਪ ਸੱਚ ਨੂੰ ਪਾ ਲਈਦਾ ਹੈ। ਮਨ ਦੀ ਪਵਿੱਤਰਤਾ ਹੋਣੇ ਕਰਕੇ ਹੀ ਜਿਹੜਾ ਨਾਮ ਰੂਪੀ ਦੁੱਧ ਹੈ ਟਿਕਦਾ। ਅੰਦਰਲੀ ਪਵਿੱਤਰਤਾ ਭਾਵ ਅੰਤःਕਰਨ ਜਿਹੜਾ ਈਰਖਾ, ਦਵੈਖ, ਰਾਗ, ਮੋਹ, ਅਸਮਤਾ, ਪੰਜ ਕਲੇਸ਼ਾਂ ਦਾ ਜਿਹੜਾ ਵਾਸਾ ਆ, ਜਾਂ ਆਪਾਂ ਸਮਝ ਲਈਏ ਵੀ ਜਿਹੜਾ ਅੰਤঃਕਰਨ ਦੇ ਵਿੱਚ ਮੈਲ ਨਾ ਪਾਪਾਂ ਦੀ, ਉਹਨੂੰ ਧੋਣਾ ਨਾਮ ਰੂਪੀ ਸਾਬਣ ਦੇ ਨਾਲ। ਨਾਮ ਰੂਪੀ ਸਾਬਣ ਦੇ ਨਾਲ। ਸਿੱਧਾ ਜਿਹਾ ਵੀ ਅੰਦਰਲੀ ਸੌਚ ਜੋ ਅੰਤঃਕਰਨ ਵਿੱਚ ਈਰਖਾ ਉਰਖਾ ਹੈ ਬੜੀ ਭਰੀ ਹੋਈ, ਇਹ ਬੜੀ ਵੱਡੀ ਮੈਲ ਆਪਾਂ ਕਹਿ ਦਿੰਦੇ ਨਾ, ਬਾਹਰੋਂ ਨਾ ਤਾਂ ਕੀ ਕਰੂ ਹੈ, ਤੇਰੇ ਅੰਦਰ ਤੇ ਮੈਲ ਆ। ਭਾਵ ਅੰਦਰ ਜਿਹੜੀ ਈਰਖਾ ਦੀ ਮੈਲ ਦਾ ਤਿਆਗ ਕਰਨਾ ਹੈ ਅੰਦਰਲੀ ਪਵਿੱਤਰਤਾ, ਅੰਦਰਲੀ ਸੌਚ ਹੈ। ਬਾਹਰੀ ਸੌਚ ਪਵਿੱਤਰਤਾ ਕੀ ਆ? ਜਿਵੇਂ ਜਲ ਨਾਲ, ਮਿੱਟੀ ਆਦਿ ਨਾਲ ਸਰੀਰ ਦੇ ਅੰਗਾਂ ਨੂੰ ਸ਼ੁੱਧ ਰੱਖਣਾ ਹੈ। ਬਾਹਰੀ ਸੁਚਮਤਾਈ ਹੈ, ਪਵਿੱਤਰਤਾ ਹੈ, ਜਿਹੜੀ ਆਪਾਂ ਰੋਜ਼ ਇਸ਼ਨਾਨ ਪਾਣ ਕਰਕੇ ਬਾਣੀ ਪੜ੍ਹਦੇ। ਇਹਨਾਂ ਦੋਨੋਂ ਪ੍ਰਕਾਰ ਦੀ ਪਵਿੱਤਰਤਾ ਤੋਂ ਬਿਨਾਂ ਬੁੱਧ ਨਿਰਮਲ ਨਹੀਂ ਹੁੰਦੀ। ਨਿਰਮਲ ਬੁੱਧੀ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਇਹਨਾਂ ਦੋਨੋਂ ਪ੍ਰਕਾਰ ਦੀ ਪਵਿੱਤਰਤਾ ਤੋਂ ਬਿਨਾਂ ਬੁੱਧੀ ਨਿਰਮਲ ਨਹੀਂ ਹੁੰਦੀ। ਆਤਮ ਪਛਾਣੀ ਬੁੱਧੀ ਨਹੀਂ ਬਣਦੀ। ਕਿਉਂਕਿ ਜੇ ਬਾਹਰੀ ਸੋਚ ਆ, ਅੰਦਰ ਮੈਲ ਆ, ਅਤੇ ਬੁੱਧੀ ਪਵਿੱਤਰ ਨਹੀਂ ਹੋ ਸਕਦੀ। ਅੰਦਰ ਵੀ ਸੋਚ ਹੋਵੇ, ਬਾਹਰ ਵੀ ਸੋਚ ਹੋਵੇ। ਠੀਕ ਆ। ਸੋਚ ਹੋਵੇ ਤਾਂ ਸੱਚ ਪਾਈ ਹੈ। ਅੰਦਰ ਬਾਹਰ ਦੋਨੋਂ ਸੋਚ ਹੋਵੇ ਤਾਂ ਪਰਮੇਸ਼ਰ ਨੂੰ ਪਾਈਦਾ। ਕਿਉਂਕਿ ਜੇ ਬੁੱਧੀ ਨਿਰਮਲ ਆ, ਬੁੱਧੀ ਨਿਰਮਲ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅਤੇ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਅਤੇ ਮੁਕਤੀ ਤੋਂ ਬਿਨਾਂ ਜਨਮ ਮਰਨ ਮਿਟਦਾ ਨਹੀਂ, ਅਤੇ ਆਤਮ ਸਰੂਪ ਵਿੱਚ ਨਿਵਾਸ ਹੁੰਦਾ ਕੋਈ। ਇਸ ਕਰਕੇ ਦੋਵੇਂ ਸੋਚਾਂ ਪਵਿੱਤਰਤਾਈਆਂ ਚਾਹੀਦੀਆਂ। ਕਈ ਕਹਿੰਦੇ ਸੋਚ ਹੋਵੇ ਤਾਂ ਸੱਚ ਪਾਈ ਹੈ। ਮਨ ਦੀ ਸੋਚ ਹੋਣਾ ਚਾਹੀਦੀ, ਬਾਹਰੋਂ ਕੋਈ ਗੱਲ ਨਹੀਂ। ਪਰ ਵੇਖੋ ਮਹਾਂਪੁਰਸ਼ ਸੰਤ ਬਾਹਰ ਵੀ ਆਪਣੀ ਸਦਾਈ ਰੱਖਦੇ ਆ, ਅੰਦਰੋਂ ਵੀ ਸਦਾਈ ਰੱਖਦੇ ਆ। ਦੋਵੇਂ ਚੀਜ਼ਾਂ ਜ਼ਰੂਰੀ ਨੇ। ਬਿਨਾਂ ਇਸ਼ਨਾਨ ਪਾਣ ਤੋਂ ਭਗਤੀ ਕਰਨੀ ਵੀ ਨਿਸਫਲ ਹੋ ਜਾਂਦੀ ਹੈ। ਪੁਰਾਣਾਂ ਵਿੱਚ ਲਿਖਿਆ ਹੋਇਆ, ਜੇ ਇਸ਼ਨਾਨ ਕੀਤੇ ਤੋਂ ਬਿਨਾਂ ਕੋਈ ਸਿਮਰਨ ਭਗਤੀ ਕਰੀਏ ਨਾ ਅੰਮ੍ਰਿਤ ਵੇਲੇ, ਅਤੇ ਉਹ ਫਲਦੀ ਨਹੀਂ। ਇਹ ਪੁਰਾਣਾਂ ਦਾ ਵੀ ਕਥਨ ਹੈ। ਇਸ਼ਨਾਨ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਕਰ, ਇਸ਼ਨਾਨ ਸਿਮਰ ਪ੍ਰਭ ਆਪਣਾ। ਦੋਵੇਂ ਸੋਚਾਂ ਜ਼ਰੂਰੀ। ਤ੍ਰਿਸ਼ਨਾ ਬਿਨਾ, 10ਵਾਂ ਧਰਮ ਦਾ ਚਿੰਨ੍ਹ ਹੈ ਤ੍ਰਿਸ਼ਨਾ ਬਿਨਾ। ਜਿਹੜੀ ਤ੍ਰਿਸ਼ਨਾ ਕੋਟ ਜੋਰੇ ਲਾਖ ਕਰੋੜੇ ਮਨ ਨਾ ਹੋਰੇ, ਜਿਹੜੀ ਸਹਿਸ ਖੱਟੇ ਲੱਖ ਕੋਟ ਧਾਵੇ। ਇਹ ਤ੍ਰਿਸ਼ਨਾ ਜਿਹੜੀ ਹੈ ਨਾ, ਪਦਾਰਥਾਂ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਤੋਂ ਰਹਿਤ ਹੋਣਾ। ਤ੍ਰਿਸ਼ਨਾ ਕੀ ਆ? ਪਦਾਰਥਾਂ ਦੀ ਪ੍ਰਾਪਤੀ ਦੀ ਜਿਹੜੀ ਇੱਛਾ ਨਾ, ਉਹ ਤੋਂ ਬਿਨਾਂ ਹੋਣਾ, ਰਹਿਤ ਹੋਣਾ। ਇਹ ਤ੍ਰਿਸ਼ਨਾ। ਤ੍ਰਿਸ਼ਨਾ ਤੁਹਾਨੂੰ ਦੱਸ ਦਿੱਤਾ ਇਹੋ ਹੀ ਆ ਵੀ ਜਿਹੜੇ ਜਿੱਦਾਂ ਮੰਨ ਲਓ ਮੇਰੀ 50,000 ਤਨਖਾਹ ਆ, ਅਤੇ ਸੋਚਦਾ ਹੁਣ ਇਹ ਵਾ ਵੀ 60 ਹੋ ਜਾਵੇ ਚੰਗੀ ਗੱਲ, ਜਿਹੜੀ ਅੱਗੇ ਤੋਂ ਅੱਗੇ ਵੱਧਦੀ ਜਾਂਦੀ। ਪਰੇ ਪਰਹੀ ਕੋ ਲੁੱਝੀ, ਉਹਨੂੰ ਤ੍ਰਿਸ਼ਨਾ ਕਿਹਾ ਜਾਂਦਾ। ਅਤੇ ਉਸ ਤ੍ਰਿਸ਼ਨਾ ਤੋਂ ਬਿਨਾਂ ਹੋਣਾ। ਪਦਾਰਥਾਂ ਦੀ ਪ੍ਰਾਪਤੀ ਦੀ ਜਿਹੜੀ ਇੱਛਾ ਨਾ, ਬਹੁਤ ਕਾਹਲੀ ਪੈਂਦੀ, ਅੱਗ ਦੀ ਲੱਗੀ ਤ੍ਰਿਸ਼ਨਾ ਅਗਨੀ, ਉਹ ਤੋਂ ਰਹਿਤ ਹੋਣਾ। ਇਹ ਧਰਮ ਦਾ 10ਵਾਂ ਚਿੰਨ੍ਹ ਹੈ। ਧਰਮ ਲਿੰਗ 10 ਜਾਣ। ਇਹ 10 ਧਰਮ ਦੇ ਲਿੰਗ ਚਿੰਨ੍ਹ ਜਾਣ ਕੇ ਜਾਣਨਾ ਕਰੋ। ਇਹਨਾਂ ਦੇ ਨਾਲ ਹੀ ਧਰਮ ਦੀ ਉਤਪਤੀ ਹੁੰਦੀ ਆ। ਉਹੀ ਧਰਮ ਦਾ ਸਰੂਪ ਆ, ਜਿਸ ਦੇ ਅੰਦਰ ਇੱਕ ਵੀ ਚਿੰਨ੍ਹ ਪ੍ਰਕਾਸ਼ ਰਿਹਾ ਹੈ। ਇਹ 10 ਚਿੰਨ੍ਹਾਂ ਵਿੱਚੋਂ ਉਹ ਪਰਮਾਤਮਾ ਹੈ, ਅਤੇ ਜਿਸ ਦੇ ਅੰਦਰ ਇਹ 10 ਚਿੰਨ੍ਹ ਸ਼ੋਭ ਰਹੇ ਹਨ, ਉਸ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ। ਐਸੇ ਧਰਮ ਨੂੰ ਧਾਰਨ ਵਾਲੇ ਜੀਵ ਦੀ ਕਲਿਆਣ ਹੁੰਦੀ।
ਕੋਈ ਵੀ ਇਹਨਾਂ 'ਚ ਗੁਣ ਹੋਵੇ ਨਾ ਬਹੁਤ ਵੱਡੀ ਗੱਲ ਹੈ। ਖਿਮਾ, ਸਹਾਰਨ ਸ਼ਕਤੀ, ਜੀਵ ਹੱਤਿਆ ਨਾ ਕਰਨੀ, ਦਇਆ ਹੋਣੀ, ਮਿੱਠਾ ਸੁਭਾਅ ਹੋਣਾ, ਸਤ ਬਚਨ ਬੋਲਣਾ, ਤਪੱਸਿਆ ਵਾਲਾ ਸੁਭਾਅ ਹੋਣਾ, ਦਾਨੀ ਹੋਣਾ, ਸ਼ੀਲ ਸੁਭਾਅ, ਸੋਚ ਪਵਿੱਤਰਤਾ ਹੋਣੀ, ਤ੍ਰਿਸ਼ਨਾ ਤੋਂ ਬਿਨਾਂ ਹੋਣਾ। ਇਹ 10 ਧਰਮ ਦੇ ਜਿਹੜੇ ਚਿੰਨ੍ਹ ਆ, ਇਹ 10 ਵਿੱਚ ਇੱਕ ਵੀ ਹੋਵੇ ਸਮਝ ਲਓ ਬੰਦਾ ਧਰਮੀ, ਕਿਉਂਕਿ ਉਹ ਧਰਮੀ ਨਾ ਹੋਵੇ ਤਾਂ ਇਹਨਾਂ 'ਤੇ ਅਮਲ ਨਹੀਂ ਕਰ ਸਕਦਾ। ਆਖਰਕਾਰ ਉਹਦੇ ਅੰਦਰ ਇਹ ਪਿਛਲੀ ਕਮਾਈ ਕਰਕੇ ਧਰਮ ਦਾ ਇੱਕ ਚਿੰਨ੍ਹ ਪ੍ਰਗਟ ਹੈ, ਜਿਹਦੇ ਅੰਦਰ ਦਾਸ ਉਹਦੀ ਤਾਂ ਗੱਲ ਹੀ ਨਹੀਂ ਕਰ ਸਕਦੇ। ਚੌਪਈ ਉਪਜੈ ਧਰਮ, ਵਾਕ ਸਤ ਕਰ ਅਤ। ਹੇ ਭਾਈ, ਅਤ ਕਹੀਏ ਅਤਿਅੰਤ, ਸਤ ਕਹੀਏ ਸੱਚੇ ਬਚਨ ਬੋਲਣ, ਕਰ ਕਹੀਏ ਕਰਕੇ, ਧਰਮ ਉਪਜੈ ਕਹੀਏ ਪੈਦਾ ਹੁੰਦਾ ਹੈ। ਉਪਜੈ ਧਰਮ, ਧਰਮ ਉਪਜੇ ਪੈਦਾ ਹੁੰਦਾ ਕਿੱਦਾਂ? ਵਾਕ ਸਤ ਕਰ ਅਤ, ਅਤ ਕਹੀਏ ਅਤਿਅੰਤ, ਸਤ ਸੱਚੇ ਸੁੱਚੇ ਬਚਨ, ਕਰਕੇ ਕਰਕੇ ਕਰਨ ਕਰਕੇ। ਵਾਕ ਨਾਮ ਹੁੰਦਾ ਬਚਨਾਂ ਦਾ, ਸਤ ਬਚਨ ਕਰਨੇ ਕਰਕੇ ਨਾ ਅਤਿਅੰਤ ਜਿਹੜੇ ਸੱਚੇ ਬਚਨ ਕਰਨੇ, ਧਰਮ ਪੈਦਾ ਹੋਏ ਹੁੰਦਾ। ਤਾਂ ਉਹ ਕੀ ਹੈ? ਬੋਲੀਏ ਸੱਚ ਧਰਮ, ਝੂਠ ਨਾ ਬੋਲੀ। ਬੋਲੀਏ ਸੱਚ ਧਰਮ ਇਹੀ ਹੈ, ਝੂਠ ਨਾ ਹੀ ਬੋਲੀ, ਫਿਰ ਧਰਮੀ ਨਹੀਂ ਹੋ ਸਕਦੇ। ਦਇਆ ਦਾਨ ਕਰ ਧਰਮ ਵਧੈ ਨਿਤ। ਹੇ ਭਾਈ, ਬਾਲਕ, ਬ੍ਰਿਧ, ਰੋਗੀ, ਮਜਲੂਮ, ਨਿਮਾਣੀ, ਨਿਤਾਣਿਆਂ ਦੇ ਉੱਪਰ ਜਿਹੜਾ ਜਿੰਨੀ ਕੁ ਸਾਡੀ ਸ਼ਕਤੀ ਆ ਵੱਧ ਤੋਂ ਵੱਧ ਜਿਹੜੀ ਦਇਆ ਕਰਨੀ ਹੈ, ਦਇਆ ਕਰਨੀ ਅਤੇ ਦਾਨ ਕਰ। ਜਿਹੜਾ ਧਨ ਦਾ, ਕੱਪੜੇ ਦਾ, ਕੁਝ ਵੀ ਦਾਨ ਕਰਨਾ ਹੈ, ਕਰਕੇ ਹੀ ਕਰਨਾ। ਧਰਮ ਵਧਿਆ ਨਿਤ, ਇਸ ਕਰਕੇ ਧਰਮ ਜਿਹੜਾ ਨਿਤ ਸਦਾ ਸਦੀਵੀ ਵਧਿਆ ਕਹੀਏ ਵੱਧਦਾ ਹੈ। ਦਾਨ ਕਰਕੇ, ਦਇਆ ਕਰਕੇ ਧਰਮ ਹਮੇਸ਼ਾ ਹਿਤਾ ਪ੍ਰਤੀ ਵੱਧਦਾ ਹੈ। ਇਹੋ ਜਿਹਾ ਸੁਭਾਅ ਜੇ ਹੋਵੇ ਤਾਂ ਮਤਲਬ ਹੁਣ ਸਾਰੀਆਂ ਗੱਲਾਂ ਦੱਸ ਰਹੇ ਆ। ਜਿਹੜਾ ਉਹਨਾਂ ਕਿਹਾ ਨਾ ਵੀ ਧਰਮ ਦੇ ਚਿੰਨ੍ਹ ਕੀ ਆ, ਪਹਿਚਾਣ ਕੀ ਹੈ, ਪਹਿਚਾਣ ਦੱਸਦੀ ਆ। ਧਰਮ ਵੱਧਦਾ ਕਿਵੇਂ, ਫਿਰ ਧਰਮ ਸਥਿਤ ਕਿਵੇਂ ਰਹਿੰਦਾ, ਹੁਣ ਇਹ ਦੱਸਣ ਲੱਗੇ। ਇਹ ਸਥਿਤ ਧਰਮ ਖਿਮਾ ਕੇ ਸੰਗਾ, ਜਿਹੜੀ ਖਿਮਾ ਕਰਨੀ ਆ, ਸਹਾਰਨ ਸ਼ਕਤੀ ਰੱਖਣੀ ਆ ਸਭ ਦੇ ਉੱਪਰ। ਕਿਸੇ ਨੇ ਗੱਲ ਕਰ ਦਿੱਤੀ, ਜਰ ਲੈਣਾ, ਜਿਹੜਾ ਦਰਵੇਸ਼ਾਂ ਨਾਲ ਲੋੜੀਏ ਰੁੱਖਾਂ ਦੀ ਜਿਰਾਂਦ ਵਾਲਾ ਜਿਹੜਾ ਪਹਿਰਾ, ਉਹ ਖਿਮਾ ਕੇ ਸੰਗ। ਇਹ ਖਿਮਾ ਕਰਨ ਦੇ ਸੰਗਾ ਕਹੀਏ ਨਾਲ, ਖਿਮਾ ਦੇ ਸੰਗਾ ਕਹੀਏ ਨਾਲ ਧਰਮ ਦੀ ਸਥਿਤੀ ਰਹਿੰਦੀ ਹੈ, ਟਿਕਿਆ ਰਹਿੰਦਾ। ਜਦੋਂ ਖਿਮਾ ਮੁੱਕ ਜਾਂਦੀ ਫਿਰ ਧਰਮ ਨਾਸ ਹੋ ਜਾਂਦਾ। ਜਦੋਂ ਖਿਮਾ ਖਤਮ ਹੋ ਜਾਂਦੀ ਉਦੋਂ ਧਰਮ ਵੀ ਨਾਸ ਹੋ ਜਾਂਦਾ। ਧਰਮ ਕ੍ਰੋਧ ਕਰ ਹੋਤ ਵਿਪੰਗਾ। ਹੁਣ ਨਾਸ ਕਿਵੇਂ ਹੁੰਦਾ ਦੱਸ ਦਿੱਤਾ। ਪਹਿਲਾਂ ਖਿਮਾ ਸਹਾਰਨ ਸ਼ਕਤੀ, ਜੇ ਕ੍ਰੋਧ ਆ ਗਿਆ ਕਹਿੰਦੇ ਆ ਪਰ ਇੱਕ ਜਿਹੜਾ ਕ੍ਰੋਧ ਆ ਨਾ, ਧਰਮ ਕ੍ਰੋਧ ਕਰ, ਇੱਕ ਕ੍ਰੋਧ ਕਰਕੇ ਜਿਹੜਾ ਧਰਮ ਆ ਵਿਭੰਗਾ ਕਹੀਏ, ਨਸ਼ਟ ਹੋਤ ਕਹੀਏ ਹੁੰਦਾ ਹੈ, ਹੋ ਜਾਂਦਾ। ਭਾਵੇਂ ਕੋਈ ਮਨੁੱਖ ਜਾਪ ਤਪ ਭਜਨ ਪਾਠ ਕਰਨ ਵਾਲਾ ਹੈ, ਜੇਕਰ ਉਹ ਕ੍ਰੋਧ ਕਰਦਾ ਤਾਂ ਉਸਦਾ ਫਲ ਨਸ਼ਟ ਹੋ ਜਾਂਦਾ। ਇਸ ਕਰਕੇ ਕ੍ਰੋਧ ਨਹੀਂ ਕਰਨਾ ਚਾਹੀਦਾ। ਬੜੀ ਵੱਡੀ ਗੱਲ ਹੈ, ਕਿਉਂਕਿ ਹਮੇਸ਼ਾ ਹੀ ਕ੍ਰੋਧ ਹੀ ਬਹੁਤ ਜ਼ਿਆਦਾ ਉਹ ਭਜਨ ਕਰਨ ਵਾਲਿਆਂ ਨੂੰ ਆ ਜਾਂਦਾ। ਜਿਵੇਂ ਦਰਬਾਰ ਸਾਹਿਬ ਰਿਸ਼ੀ ਦਾ ਤਾਂ ਸੁਭਾਅ ਹੀ ਬਣਿਆ ਸੀ, ਕ੍ਰੋਧ ਕਰਕੇ ਉਹਨਾਂ ਦਾ ਨਾਮ ਵੇਖੋ ਅੱਜ ਸਾਰੇ ਇਤਿਹਾਸ ਵਿੱਚ ਪ੍ਰਚਲਿਤ, ਵੀ ਬੜੇ ਕ੍ਰੋਧੀ ਸਨ। ਕ੍ਰੋਧ ਨਹੀਂ ਕਰਨਾ ਚਾਹੀਦਾ, ਕਿਉਂਕਿ ਵਿਸ਼ਨੂੰ ਭਗਵਾਨ ਨੇ ਭ੍ਰਿੰਗੂ ਰਿਸ਼ੀ ਦੀ ਲੱਤ ਵੱਖੀ 'ਚ ਖਾ ਕੇ ਅਤੇ ਨਿਮਰਤਾ ਵਿਖਾ ਦਿੱਤੀ ਸੀ। ਅਤੇ ਅੱਜ ਕਿੰਨਾ ਉਹ ਸਾਖੀ ਦਾ ਫਰਮਾਨ ਦਿੱਤਾ ਜਾਂਦਾ। ਦੋਹਰਾ ਸੋਭ ਕੁਲ ਜਨਮ ਸਰੂਪ ਤਨ। ਐਸੇ ਧਰਮ ਨੂੰ ਧਾਰਨ ਲਈ ਕੀ ਫਲ ਪ੍ਰਾਪਤ ਹੁੰਦਾ ਹੈ, ਉਹਦਾ ਉੱਤਰ ਦੇਣ ਲੱਗੇ ਦੋਹਰੇ ਵਿੱਚ। ਹੁਣ ਧਰਮ ਦਾ ਫਲ ਦੱਸਣਗੇ। ਧਾਰਨ ਕਰਨ ਨਾਲ ਫਲ ਕੀ ਪ੍ਰਾਪਤ ਹੁੰਦਾ। ਸੋਭ ਕੁਲ ਜਨਮ ਸਰੂਪ ਤਨ। ਸੋਭ ਕਹੀਏ ਚੰਗੀ, ਸ੍ਰੇਸ਼ਟ, ਉੱਚੀ ਜਿਹੜੀ ਕੁਲ ਕਹੀਏ ਵੰਸ਼ ਆ, ਉਹਦੇ ਵਿੱਚ ਜਨਮ ਹੋਣਾ, ਜਿਹੜਾ ਚੰਗੀ ਕੁਲ ਵਿੱਚ ਜਨਮ ਹੋਣਾ। ਸ਼ੁਭ ਕੁਲ ਜਨਮ। ਸਰੂਪ ਤਨ, ਫਿਰ ਤਨ ਕਹੀਏ ਸਰੀਰ ਦਾ ਸਰੂਪ ਬਹੁਤ ਜਿਹੜਾ ਸੁੰਦਰ ਹੋਣਾ। ਤਨ ਦਾ ਅਰਥ ਕੀ ਸਰੀਰ, ਸਰੀਰ ਦਾ ਜਿਹੜਾ ਸਰੂਪ ਆ, ਸਰੂਪ ਦਾ ਪਹਿਲਾ ਅਰਥ ਸਰੂਪ ਆਪ ਸਰੀਰ ਦਾ ਸਰੂਪ, ਅਤੇ ਸਰੂਪ ਦਾ ਅਰਥ ਜਿਹੜਾ ਸਰੀਰ ਆ ਸਾਰੂਪ, ਰੂਪ ਦੇ ਸਹਿਤ ਹੋਣਾ, ਬਹੁਤ ਸੁੰਦਰ ਹੋਣਾ।
ਇਹ ਦੂਜਾ ਫਲ ਆ। ਭੂਪ ਭੂਪ ਤੀਜਾ ਫਲ ਭਾਵ ਰਾਜਾ ਹੋਣਾ। ਭੂਪ ਨਾਮ ਰਾਜੇ ਦਾ, ਰਾਜਾ ਹੋਣਾ ਜਾਂ ਰਾਜਾ ਵਾਂਗ ਹੁਕਮ ਚੱਲਣਾ ਆਪਣਾ, ਇਹ ਤੀਜਾ ਫਲ ਆ। ਭੋਗ ਵੱਡੇ ਵੱਡੇ ਜਿਹੜੇ ਸਵਰਗੀ ਭੋਗਾਂ ਦੀ ਪ੍ਰਾਪਤੀ ਹੋਣੀ ਜਾਂ ਸੰਸਾਰ ਵਿੱਚ ਰਹਿੰਦਿਆਂ ਸਵਰਗ ਦੇ ਸੁੱਖਾਂ ਵਾਂਗੂ ਮਾਨਣੇ ਭੋਗ, ਇਹ ਚੌਥਾ ਫਲ ਧਰਮ ਦਾ। ਆਪਤ ਆਪਤ ਆਗਿਆਕਾਰੀ ਸ਼ੁਭ ਸੰਤਾਨ ਹੋਣੀ ਅਥਵਾ ਯਥਾਰਥ ਵਕਤਾ ਹੋਣਾ। ਆਪਤ ਦਾ ਅਰਥ ਯਥਾਰਥ ਵਕਤਾ ਹੋਣਾ, ਹਾਂਜੀ, ਜਾਂ ਆਪਤ ਕਹੀਏ ਆਗਿਆਕਾਰੀ ਸ਼ੁਭ ਸੰਤਾਨ ਹੋਣੀ। ਇਹ ਫਲ ਆ ਪੰਜਵਾਂ। ਆਗਿਆਕਾਰੀ ਆਪਤ ਦਾ ਅਰਥ ਆਪਤ ਯਥਾਰਥ ਵਕਤਾ ਹੋਣਾ ਜਾਂ ਸੱਚ ਦਾ ਬੁਲਾਰਾ। ਆਪਤ ਹੁੰਦਾ ਸੱਚ ਦਾ ਬੁਲਾਰਾ ਜਾਂ ਯਥਾਰਥ ਵਕਤਾ, ਹਾਂਜੀ। ਮਨਪਸੰਦ ਵਸਤੂ ਪ੍ਰਾਪਤ ਹੋਣੀ ਜਾਂ ਆਗਿਆਕਾਰੀ ਸੰਤਾਨ ਹੋਣਾ। ਇਹਦੇ ਤਿੰਨ ਅਰਥ ਲੱਗਦੇ ਆ ਆਪਤ ਦੇ। ਯਥਾਰਥ ਵਕਤਾ, ਯਥਾਰਥ ਮਤਲਬ ਸੱਚਾ, ਸੱਚ ਦਾ ਬੁਲਾਰਾ, ਸੱਚਾ ਵਕਤਾ ਹੋਣਾ। ਅਤੇ ਜਾਂ ਇਹਦਾ ਬਣਦਾ ਆਪਤ ਦਾ ਆਗਿਆਕਾਰੀ ਜਿਹੜੀ ਹੈ ਸੰਤਾਨ ਹੋਣਾ। ਇਹਦੇ ਆਪਤ ਦਾ ਅਰਥ ਵਿਦਵਾਨ ਜਨ ਲਾਉਂਦੇ ਸੰਪਰਦਾ ਦੇ ਵਿੱਚ। ਦੋਵੇਂ ਸਮਝ ਲੈਣੇ। ਆਪਤ ਨਾਮ ਆਗਿਆਕਾਰੀ ਸ਼ੁਭ ਸੰਤਾਨ ਹੋਣੀ, ਹਾਂਜੀ, ਅਤੇ ਆਪਤ ਦਾ ਅਰਥ ਯਥਾਰਥ ਵਕਤਾ ਹੋਣਾ, ਸੱਚ ਦਾ ਬੁਲਾਰਾ ਹੋਣਾ। ਪੰਡਿਤ ਦੇਹ ਅਰੋਗ ਪੁੰਨ। ਪੰਡਿਤ ਕੀ ਛੇਵਾਂ ਫਲ ਹੈ ਭਾਵ ਵਿਦਵਾਨ ਹੋਣਾ, ਬੜੇ ਗੁਣੀ ਗਿਆਨੀ ਹੋਣਾ ਹੈ। ਪੁੰਨ ਫਿਰ ਕਹੀਏ ਫਿਰ ਦੇਹ ਅਰੋਗ, ਦੇਹ ਅਰੋਗ ਪੁੰਨ, ਪੁੰਨ ਦਾ ਅਰਥ ਫਿਰ ਦੇਹ ਅਰੋਗ। ਜਿਹੜਾ ਸਰੀਰ ਆ ਨਾ, ਦੇਹ ਸਰੀਰ, ਇਹ ਅਰੋਗ, ਰੋਗਾਂ ਤੋਂ ਰਹਿਤ ਹੋਣਾ। ਆਪ ਨਾਮ ਰਹਿਤ ਦਾ, ਰੋਗਾਂ ਤੋਂ ਰਹਿਤ ਹੋਣਾ। ਅਤੇ ਦੇਹ ਦਾ, ਸਰੀਰ ਦਾ ਹੈ, ਸਰੀਰ ਨਵਾਂ ਨਵਾਂ ਰਹਿਣਾ, ਚੜ੍ਹਦੀ ਕਲਾ 'ਚ। ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਪ੍ਰਾਪਤ ਹਨ ਨਾ, ਆਹ 7 ਚੀਜ਼ਾਂ, ਇਹ ਧਰਮ ਧਾਰਨ ਕੀਤੇ ਦੇ 7 ਫਲ ਪ੍ਰਾਪਤ ਹੋਏ ਜਿਹੜੇ ਆ ਉਹ ਜਾਣ ਨਾ ਕਰੋ। ਧਰਮ ਜਾਣ ਫਲ 7, ਇਹ ਧਰਮ ਦੇ ਜਾਣ ਕਈ ਜਾਣ ਲੈਣਾ ਕਰੋ, ਇਹ ਫਲ 7 ਆ। ਅਥਵਾ ਧਰਮ ਵਿੱਚ ਪਰਪੱਕ ਹੋਣ ਕਰਕੇ ਇਹ ਫਲ ਜਿਹੜੇ 7 ਕਹੀਏ ਨਿਸ਼ਚੈ ਕਰਕੇ ਪ੍ਰਾਪਤ ਹੋ ਜਾਂਦੇ ਹੈ। ਜਾਣ ਕਹੀਏ ਜਾਣ ਲੈਣਾ ਕਰੋ। ਧਰਮ ਦੇ ਜਿਹੜੇ ਇਹ 7 ਫਲ ਆ ਨਾ, 7 ਕਹੀਏ ਨਿਸ਼ਚੈ ਕਰਕੇ, ਜਾਣ ਕਹੀਏ ਜਾਣ ਲੈਣਾ ਕਰੋ, ਪ੍ਰਾਪਤ ਹੋ ਜਾਂਦੇ, ਹਾਂਜੀ। ਸ਼ੁਭ ਕੋਲ ਜਨਮ 1, ਸਰੂਪ ਧਨ 2, ਭੂਪ 3, ਭੋਗ 4, ਆਪਤ 5, ਪੰਡਿਤ 6 ਅਤੇ ਦੇਹ ਅਰੋਗ 7। ਮਤਲਬ ਜਿੰਨਾ ਕੁ ਇੱਦਾਂ ਵੀ ਸਮਝ ਲੈਣਾ ਤੁਸੀਂ ਕਿ ਜੇ 7 ਵਿੱਚੋਂ ਇੱਕ ਇੱਕ ਚੀਜ਼ ਵੀ ਪ੍ਰਾਪਤ ਹੈ ਨਾ ਕਿਸੇ ਨੂੰ, ਸਮਝ ਲਓ ਉਹਨੇ ਧਰਮ ਕਮਾਇਆ ਦਾ ਫਲ ਉਹਨੂੰ ਮਿਲਿਆ। ਜਿਹਦੇ ਕੋਲ 7 ਹੀ ਆ ਉਹਦੀ ਤਾਂ ਕਿਆ ਕਹਿਣੇ, ਹਾਂਜੀ। ਜਿਹਦੇ ਕੋਲ 2 ਹੈ ਉਹਦੀ ਕੀ ਕਹਿਣੇ। ਮਤਲਬ ਜਿੰਨੀ ਪ੍ਰਾਪਤੀ ਹੈ ਸਮਝ ਲਓ ਉਹਨਾਂ ਨਾਲ ਹੀ ਉਹਨੇ ਧਰਮ ਕਮਾਇਆ ਵੱਧ ਤੋਂ ਵੱਧ। ਚੌਪਈ ਧਰਮ ਪ੍ਰੀਤ ਨਿਤ ਵੇਦ ਵਿਚਾਰੈ। ਇਹ ਮਨੁੱਖਾ ਜਨਮ ਕਿਸ ਪ੍ਰਕਾਰ ਸਫਲ ਹੋਵੇ, ਉਹਦਾ ਉੱਤਰ ਹੁਣ ਇਹਦੇ ਵਿੱਚ ਦੇਣ ਲੱਗੇ ਆ ਚੌਪਈ ਵਿੱਚ। ਧਰਮ ਪ੍ਰੀਤ ਨਿਤ ਵੇਦ ਵਿਚਾਰ। ਇਹ ਭਾਈ ਜੋ ਮਨੁੱਖ ਧਰਮ ਨਾਲ ਪ੍ਰੀਤ ਕਹੀਏ ਪ੍ਰੀਤੀ ਰੱਖਦਾ, ਪ੍ਰੇਮ ਰੱਖਦਾ, ਪ੍ਰੇਮ ਕਰਦਾ ਅਤੇ ਨਿਤ ਵੇਦ ਵਿਚਾਰੇ, ਅਤੇ ਨਿਤ ਕਹੀਏ ਸਦੀ ਵੀ, ਸਦਾ ਹਮੇਸ਼ਾ ਹੀ ਵੇਦਾਂ ਦੀ ਵਿਚਾਰੇ ਕਹੀਏ ਵਿਚਾਰ ਕਰਦਾ ਰਹਿੰਦਾ, ਜਾਂ ਵੇਦ ਨਾਮ ਗਿਆਨ ਦੀ ਵਿਚਾਰ ਕਰਦਾ ਰਹਿੰਦਾ ਅਤੇ ਧਰਮ ਨਾਲ ਪ੍ਰੀਤੀ ਕਰਦਾ ਰਹਿੰਦਾ। ਉੱਤਮ ਦਾਨ ਸੁਭਾਵ ਜੋ ਧਾਰੈ। ਫਿਰ ਜਿਹੜਾ ਮਨੁੱਖ ਸੋਨਾ, ਧਨ, ਅੰਨ, ਕੱਪੜਾ ਆਦਿ, ਦੁੱਧ ਆਦਿ ਉੱਤਮ ਜਿਹੜੀਆਂ ਵਸਤੂਆਂ, ਇਹ ਉੱਤਮ ਵਸਤੂਆਂ ਦਾ ਜਿਹੜਾ ਦਾਨ ਕਰਨ ਵਾਲਾ ਸੁਭਾਵ ਧਾਰਨ ਕਰਕੇ ਰੱਖਦਾ ਹੈ,
उत्तम दान सोना चांदी धन दुੱਧ सब उत्तम दान है ना। कपड़ा जे किसी ने देना उत्तम दान ही है। माड़ा दान तो छोटा दान तो कोई भी नहीं है। उत्तम दान का दान ਕਰਨ ਦਾ ਜੋ ਕਹੀਏ ਜਿਹੜਾ ਪੁਰਸ਼ ਮਨੁੱਖ ਸੁਭਾਅ ਧਾਰੇ ਧਾਰਨ ਕਰਕੇ ਰੱਖਦਾ ਹੈ। ਇੰਦਰ ਹੈ ਅਰਥ ਵਿਰਾਗ ਹੈ ਮਨ ਜਿਹਾ। ਫਿਰ ਇੰਦਰ ਹੈ ਇੰਦਰੀਆਂ ਦੇ ਜਿਹੜੇ ਭੋਗ ਹੈ ਉਹ ਭੋਗਾਂ ਦੇ ਅਰਥ ਕਹੀਏ ਵਾਸਤੇ ਹਾਂਜੀ। ਅਤੇ ਵਿਰਾਗ ਹੈ ਮਨ ਜਿਹਦੇ ਜੇ ਕਹੀਏ ਜਿਸ ਮਨੁੱਖ ਦੇ ਮਨ ਵਿੱਚ ਵਿਰਾਗ ਆ ਉਪਰਾਮ ਆ ਹਾਂਜੀ। ਇੰਦਰੀਆਂ ਦੇ ਜਿਹੜੇ ਅਰਥ ਹੈ ਨਾ ਇੰਦਰੀਆਂ ਦੇ ਅਰਥ ਕੀ ਆ। ਇੰਦਰ ਹੈ ਅਰਥ ਇੰਦਰੀਆਂ ਦਾ ਅਰਥ ਇਹੀ ਆ ਵੀ ਭੋਗ ਵਿਲਾਸ ਕਰਨਾ ਅਤੇ 10 ਇੰਦਰੀਆਂ ਨੂੰ ਆਪੋ ਆਪਣੇ ਵਿਸ਼ੇ ਮਿਲਦੇ ਨੇ। ਇਹ ਇੰਦਰੀਆਂ ਦੇ ਭੋਗਾਂ ਪਦਾਰਥਾਂ ਦੇ ਵਾਸਤੇ ਜਿਹੜੀ ਕੋਈ ਇਹਦੀਆਂ ਇੰਦਰੀਆਂ ਦੀ ਇੱਛਾਵਾਂ ਆ ਉਹਨਾਂ ਵੱਲੋਂ ਜੇ ਹੈ ਜਿਸ ਦਾ ਮਨ ਵਿਰਾਗ ਹੈ ਕਹੀਏ ਵਿਰਾਗ ਧਾਰਦਾ ਹੈ ਉਪਰਾਮ ਹੋ ਗਿਆ ਹੈ। ਭਾਵੇਂ ਇੰਦਰੀਆਂ ਦੇ ਵਿਸ਼ਿਆਂ ਨੂੰ ਜੋ ਨਹੀਂ ਮੰਨਦਾ ਹੈ ਜਿਹਦਾ ਮਨ ਚੁੱਕਿਆ ਗਿਆ ਹੈ ਮਾੜਾ ਵੇਖਣਾ ਨਹੀਂ ਚਾਹੁੰਦਾ ਕੰਨਾਂ ਨਾਲ ਮਾੜਾ ਸੁਣਨਾ ਨਹੀਂ ਚਾਹੁੰਦਾ ਜਿਹਦਾ ਮਨ ਇਹੋ ਜਿਹਾ ਵਿਰਾਗੀ ਹੋ ਗਿਆ ਨਾ ਉਪਰਾਮ ਹੋ ਗਿਆ ਹੈ। ਜੇ ਇਹ ਪ੍ਰਾਪਤ ਸਫਲ ਜਨਮ 'ਤੇ ਪੰਡਿਤ ਹਰਦਿਆਲ ਜੀ ਕਹਿੰਦੇ ਜਿਸ ਨੂੰ ਇਹ ਗੁਣ ਪ੍ਰਾਪਤ ਹੈ ਨਾ ਉਪਰੋਕਤ ਜਿਹੜੇ 3 ਤੁਕਾਂ 'ਚ ਦੱਸੇ ਆ ਜਿਹੇ ਪ੍ਰਾਪਤ ਜਿਨ੍ਹਾਂ ਨੂੰ ਇਹ ਗੁਣ ਪ੍ਰਾਪਤ ਹਨ ਸਫਲ ਜਨਮ 'ਤੇ ਇਹ ਕਹੀਏ ਤਿਸ ਮਨੁੱਖ ਦਾ ਤਿਸ ਮਹਾਂਪੁਰਸ਼ ਦਾ ਗਿਆਨੀ ਦਾ ਜਨਮ ਜਿਹੜਾ ਉਹ ਸਫਲ ਹੈ। ਉਹ ਧਾਨੀ ਆ ਉਹ ਜਿਹਦੇ ਅੰਦਰ ਇਹੋ ਜਿਹਾ ਸੁਭਾਅ ਬਣ ਚੁੱਕਾ ਹੈ। ਬੜੀ ਵੱਡੀ ਗੱਲ ਹੈ। ਦੋਹਰਾ ਇੰਦ ਬਿਨਾ ਜੋ ਮੰਦ ਨਿਸ। ਇਹ ਭਾਈ ਇਹ ਤਾਂ ਪਿੱਛੇ ਦੱਸਿਆ ਵਾ ਵੀ ਮਨੁੱਖਾ ਜਨਮ ਕਿਸ ਪ੍ਰਕਾਰ ਸਫਲ ਹੋਵੇ। ਕਹਿੰਦੇ ਉਹਦਾ ਜਨਮ ਸਫਲ ਆ ਜਿਹਦੇ ਕੋਲ ਇਹ ਪ੍ਰਾਪਤ ਗੁਣ ਆ ਜਿਹੜੇ ਉਪਰੋਕਤ 3 ਤੁਕਾਂ ਵਿੱਚ ਦੱਸੇ ਆ 24 ਦੇ ਵਿੱਚ। ਦੋਹਰਾ ਇੰਦ ਬਿਨਾ ਜੋ ਮੰਦ ਨਿਸ। ਇਹ ਭਾਈ ਜਿਉਂ ਕਹੀਏ ਜਿਵੇਂ ਆਕਾਸ਼ ਵਿੱਚ ਹਾਂਜੀ ਇੰਦ ਨਾਮ ਚੰਦਰਮਾ ਦਾ ਚੰਦਰਮਾ ਤੋਂ ਬਿਨਾਂ ਕਹੀਏ ਬਗੈਰ ਜਿਹੜੀ ਨਿਸ ਕਹੀਏ ਰਾਤ ਆ ਉਹ ਮੰਦ ਕਹੀਏ ਮੰਦੀ ਲੱਗਦੀ। ਜਿਉਂ ਕਿ ਜਿਵੇਂ ਆਕਾਸ਼ ਵਿੱਚ ਇੰਦ ਬਿਨਾਂ ਚੰਦਰਮਾ ਦੇ ਬਿਨਾਂ ਨਾਰ ਜਿਹੜੀ ਨਿਸ ਰਾਤ ਆ ਮੰਦੀ ਲੱਗਦੀ ਹੈ ਮਾੜੀ ਭੈੜੀ ਲੱਗਦੀ ਹੈ। ਮੰਦ ਕੰਜ ਬਿਨ ਤਾਲ ਅਤੇ ਕੰਜ ਨਾਮ ਜਲ ਦਾ ਜਨਮ ਦਾ ਜੋ ਜਲ ਤੋਂ ਜਨਮਿਆ ਜਾਂ ਕੰਗ ਨਾਮ ਚਿੱਕੜ ਦਾ ਹੀ ਹੁੰਦਾ ਜੋ ਚਿੱਕੜ ਤੋਂ ਜਾ ਕੇ ਜਨਮਿਆ ਉਹ ਕੀ ਕਮਲ ਫੁੱਲ। ਹਾਂ ਮੰਦ ਕੰਜ ਬਿਨ ਤਾਲ ਕੰਜ ਬਿਨ ਕਮਲ ਫੁੱਲਾਂ ਤੋਂ ਬਿਨ ਬਗੈਰ ਜਿਹੜਾ ਤਾਲ ਸਰੋਵਰ ਆ ਮੰਦ ਕਹੀਏ ਉਹ ਮੰਦਾ ਲੱਗਦਾ ਮਾੜਾ ਭੈੜਾ ਲੱਗਦਾ ਹੈ। ਜੀਵ ਮੰਦ ਤਿਉਂ ਧਰਮ ਬਿਨ 2 ਪ੍ਰਮਾਣ ਦੇ ਕਹਿੰਦੇ ਤਿਉਂ ਕਹੀਏ ਤਿਵੇਂ ਹੀ ਧਰਮ ਤੋਂ ਬਿਨਾਂ ਜੀਵ ਜਿਹੜਾ ਉਹ ਮੰਦਾ ਬੁਰਾ ਲੱਗਦਾ ਹੈ। ਭਾਵ ਜਿਵੇਂ ਚੰਦਰਮਾ ਕਰਕੇ ਰਾਤ ਨਹੀਂ ਚੰਗੀ ਲੱਗਦੀ ਕਮਲ ਫੁੱਲਾਂ ਕਰਕੇ ਤਲਾ ਸੋਭਾ ਨਹੀਂ ਪਾਉਂਦੇ ਤਿਵੇਂ ਜੀਵ ਧਰਮ ਕਰਕੇ ਸੋਭਾ ਨਹੀਂ ਧਰਮ ਤੋਂ ਬਿਨਾਂ ਕਰਕੇ ਸੋਭਾ ਨਹੀਂ ਪਾਉਂਦੇ ਅਤੇ ਚੰਦਰਮਾ ਜਿਵੇਂ ਰਾਤ ਕਰਕੇ ਸੋਭਾ ਪਾਉਂਦਾ ਹੈ। ਚੰਦਰਮਾ ਜਦੋਂ ਰਾਤ ਦੇ ਵਿੱਚ ਜਗਦਾ ਅਤੇ ਬਹੁਤ ਸੋਭਾ ਪਾਉਂਦਾ ਹੈ। ਜਿਸ ਸਰੋਵਰ ਵਿੱਚ ਕਮਲ ਫੁੱਲ ਆ ਉਹ ਬੜਾ ਸੋਭਾ ਪਾਉਂਦੇ ਆ ਸਰੋਵਰ। ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿੱਚ ਧਰਮ ਆ ਨਾ ਉਹ ਧਰਮ ਕਰਕੇ ਸੋਭਾ ਪਾਉਂਦੇ ਜਿਹੜੇ ਧਰਮ ਤੋਂ ਬਿਨਾਂ ਨਹੀਂ ਹੈ ਜਿਨ੍ਹਾਂ ਕੋਲ ਧਰਮ ਆ ਜੀਵਾਂ ਕੋਲ ਉਹ ਸੋਭਾ ਪਾਉਂਦੇ ਸੰਸਾਰ ਵਿੱਚ। ਤਾਂ ਤੇ ਧਰਮ ਨਾ ਟਾਲ ਤਾਂ ਤੇ ਕਹੀਏ ਤਿਸ ਕਰਕੇ ਜਾਂ ਇਸੇ ਕਰਕੇ ਤੂੰ ਧਰਮ ਨਾ ਟਾਲ ਧਰਮ ਜਿਹੜਾ ਭਾਈ ਉਹ ਨਾ ਟਾਲ ਭਾਵ ਨਾ ਤਿਆਗਣਾ ਕਰ। ਤਾਂ ਤੇ ਇਸ ਕਰਕੇ ਧਰਮ ਤੋਂ ਤੂੰ ਆਪਣੇ ਆਪ ਨੂੰ ਟਾਲਣਾ ਨਾ ਕਰ ਤਿਆਗਣਾ ਨਾ ਕਰ ਧਰਮ ਵਿੱਚ ਪਰਵਿਰਤ ਹੋ। ਸਮ ਸੰਤੋਖ ਨਾ ਔਰ ਸੁੱਖ। ਇਹ ਭਾਈ ਜਿਹੜਾ ਕਹਿੰਦੇ ਆ ਸੁੱਖ ਦੀ ਗੱਲ ਕਰਦੇ ਆ ਕਹਿੰਦੇ ਆ ਜਿਹੜਾ ਸੰਤੋਖ ਆ ਨਾ ਸਬਰ ਆ ਸਬਰ ਸੰਤੋਖ ਤੋਂ ਸਬਰ ਸੰਤੋਖ ਦੇ ਸਮ ਕਹੀਏ ਬਰਾਬਰ ਸਦਰਸ਼ ਵਰਗਾ ਹੋ ਔਰ ਕਹੀਏ ਹੋਰ ਕੋਈ ਵੀ ਸੁੱਖ ਨਹੀਂ ਹੈ। ਤਾਪ ਨਾ ਖਿਮਾ ਸਮਝਾਨ।
जे तुसीं तप करना चाहुंदे हो कहंदे खेमा सम खेमा दे बराबर स्वर दर्श वर्गा तप ना तुसीं जान ना करो। जिहड़ी खेमा करनी है ना किस नूं बख्श देना इहदे वर्गा तप ही कोई नहीं। ब्रह्म ज्ञान सम दान न है। जे तुसीं ज्ञान दान भी लो सारी सही आ पर जिहड़ा विवेक वैराग खट संपत्ति मोग इच्छा रूप चतुष्टे साधन आ। चतुष्टे का अर्थ ਹੁੰਦਾ चार ਜਿਹੜੇ चार साधन है ना मुख मोख इच्छा मुक्ति की इच्छा जगह असूर रहना बन के खट संपत्ति ते धारनी होना विरागी विवेकी होना। ये ਜਿਹੜੇ चार साधना के संबंध जग्यासू ਨੂੰ ਹਸਤਾਮਲ ਜਿਵੇਂ ਹੱਥ ਤੇ ਔਲਾ ਰੱਖਿਆ ਹੁੰਦਾ ਹਸਤਾਮਲ ਵੱਲ ਬ੍ਰਹਮ ਦਾ ਗਿਆਨ ਸਾਖਿਆਤਕਾਰ ਕਰਵਾ ਦੇਣਾ। ਆ ਚਾਰ ਸਾਧਨਾ ਦੇ ਸੰਤੁਸ਼ਟ ਸੰਪੰਨ ਕਰਕੇ ਤੇ ਮੁਕਤੀ ਦੀ ਇੱਛਾ ਵਾਲੇ ਨੂੰ ਬ੍ਰਹਮ ਗਿਆਨ ਦਾ ਸਾਖਿਆਤਕਾਰ ਦੇਣਾ। ਭਾਵ ਮੈਂ ਜੀਵ ਨਹੀਂ ਹਾਂ ਈਸ਼ ਮੇਰੇ ਤੋਂ ਵੱਖਰਾ ਨਹੀਂ ਹਾਂ। ਜੀਵ ਈਸ਼ ਦੀ ਏਕਤਾ ਮਾਂ ਵਾਕਾਂ ਨਾਲ ਭੇਦਤਾ ਕਰਨੀ। ਅਹੰ ਬ੍ਰਹਮਾਸਮੀ ਮੈਂ ਹੀ ਬ੍ਰਹਮ ਹਾਂ। ਹਾਂਜੀ ਮੈਂ ਹੀ ਮੇਰਾ ਹੀ ਸਰੂਪ ਆਪਣਾ ਸਾਰੇ ਥਾਂ ਹੈ ਕੋਈ ਵੈਰੀ ਬਗਾਨਾ ਨਹੀਂ ਸਭ ਜਗ੍ਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ। ਇਹ ਜੀ ਜਿਹੜੀ ਅਭੇਦਤਾ ਕਰ ਦੇਣੀ ਹੈ ਨਾ ब्रह्म ज्ञान ये ब्रह्म ज्ञान है जिहड़ा एको है भाई एको है सारे पासे वेखना ब्रह्म दिशा ब्रह्म सुननी। ये ब्रह्म ज्ञान के बराबर जिहड़ा दान है कोई दान नहीं। जिहड़ा कि मुक्ति की इच्छा वाले जगियासू नूं विवेकी विरागी बना के ते उहनूं ब्रह्म ज्ञान दे देना ना ते इहदे बराबर दान ही कोई नहीं। गुरबाणी की संथਿਆ करानी गुरबाणी पढ़ानी हाँ जी ग्रंथ धर्म के पढ़ाने क्योंकि ये सारे ब्रह्म ज्ञान कथन करते हैं ग्रंथ धर्म के। ब्रह्म ज्ञान बराबर जिहड़ा कोई दान नहीं। धर्म ना दया समान कहते धर्म की आ दया जिहड़ी दया करनी है सारे जीवां ते हाँ जी दया समान कोई धर्म नहीं। इस करके भाई तुसीं तगड़िया हो के ਜਿਹੜੀ दया ही करा करो आपे धर्म ਤੁਹਾਡਾ कायम रहेगा। ठीक है जी सो ਅੱਜ ਇੱਥੇ ਜਿਹੜੀ ਸਮਾਪਤੀ ਕਰ ਦਈਏ ਰਹਿੰਦਾ ਅਧਿਆਇ ਆਪਾਂ ਕੱਲ੍ਹ ਸਮਾਪਤ ਕਰ ਹੀ ਦੇਣਾ ਕਿਉਂਕਿ ਬਾਅਦ ਵਿੱਚ ਸਮਾਂ ਬਹੁਤ ਹੋ ਜਾਏਗਾ। ਇਸ ਕਰਕੇ ਇੱਥੇ ਹੀ ਸਮਾਪਤੀ ਅੱਜ ਕਰ ਦਈਏ। ਜਿਹੜਾ ਧਰਮ ਦਾ ਕਹਿੰਦੇ ਥੋੜ੍ਹਾ ਜਿਹਾ ਮੈਂ ਕਥਨ ਕਰਾਂਗਾ ਪੰਡਿਤ ਹਰਦਿਆਲ ਜੀ ਕਹਿੰਦੇ ਉਹਦੇ ਵਿੱਚੋਂ 6 ਆਪਾਂ ਛੰਦ ਕਰ ਚੁੱਕੇ ਹਾਂ। साम संतोख न और सुख तप न खिमा समान ब्रह्म ज्ञान समदान न है धर्म न दया समान। वाहिगुरू जी का खालसा वाहिगुरू जी की फतेह।